ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੈ ਹੇਤ। ਪੁਰਜਾ ਘਟ ਮਰੈ ਕਬਹੂ ਨਾ ਛਾਡੈ ਖੇਤ। ਕਬੀਰ ਮੋਹਿ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੈ ਦੁਆਰ। ਮਤ ਹਰ ਪੁੱਛੈ ਕੌਣ ਹੈ, ਪਰਾ ਹਮਾਰਾ ਬਾਰ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਰੂਪ ਸਾਧ ਸੰਗਤ ਜੀ, ਵਡਭਾਗੀ ਹੋ ਆਪ ਜੋ ਘਰਾਂ ਦੇ ਕੰਮਾਂ ਕਾਰਾਂ ਦਾ ਤਿਆਗ ਕਰਕੇ ਹਰ ਮਹੀਨੇ ਦੀ ਤਰ੍ਹਾਂ ਗੁਰੂ ਦਾ ਉਪਦੇਸ਼ ਜੋ ਸਤਿਗੁਰਾਂ ਨੇ ਅੱਜ ਬਿਕਰਮੀ ਮਹੀਨੇ ਦਾ ਨਵਾਂ ਸਾਲ ਨਵਾਂ ਮਹੀਨਾ ਚੜ੍ਹ ਰਿਹਾ, ਉਸ ਵਿੱਚ ਗੁਰੂ ਮਹਾਰਾਜ ਜੀ ਨੇ ਸਾਨੂੰ ਕੀ ਉਪਦੇਸ਼ ਪ੍ਰਦਾਨ ਕਰਨਾ ਹੈ ਔਰ ਉਸ ਨੂੰ ਕਿਵੇਂ ਆਪਾਂ ਕਮਾਉਣਾ ਹੈ ਅਤੇ ਗੁਰੂ ਦੀਆਂ ਖੁਸ਼ੀਆਂ ਨੂੰ ਕਿਵੇਂ ਪ੍ਰਾਪਤ ਕਰਨਾ ਹੈ। ਇਸ ਪ੍ਰਕਾਰ ਉਪਦੇਸ਼ ਨੂੰ ਸਰਵਣ ਕਰਨ ਵਾਸਤੇ ਜਿੱਥੇ ਸਤਿਗੁਰਾਂ ਦੇ ਚਰਨਾਂ ਵਿੱਚ ਆਏ ਜੁੜੇ ਹੋ, ਉੱਥੇ ਅੱਜ ਉਹਨਾਂ ਮਹਾਨ ਯੋਧਿਆਂ ਦਾ ਸ਼ਹੀਦੀ ਦਿਵਸ ਹੈ, ਜਿਨ੍ਹਾਂ ਨੇ ਸਿਆਹੀ ਦੇ ਨਾਲ ਲਿਖ ਕੇ ਦਿੱਤੇ ਹੋਏ ਵਿਦਾਵੇ ਨੂੰ ਆਪਣੇ ਖੂਨ ਦੇ ਨਾਲ ਧੋ ਕਰਕੇ ਟੁੱਟੀ ਗੰਢ ਕਰਕੇ ਗੁਰੂ ਚਰਨਾਂ ਵਿੱਚ ਸਦਾ ਵਾਸਤੇ ਸਮਾਈ ਅਤੇ ਰਸਾਈ ਪਰ ਆਪਣੇ ਪ੍ਰਾਪਤ ਕੀਤੀ। ਉਹਨਾਂ ਦੀ ਯਾਦ ਵਿੱਚ ਇਹ ਮਾਘੀ ਦਾ ਪੁਰਬ ਮਨਾਇਆ ਜਾਂਦਾ। ਔਰ ਜਦੋਂ ਆਪਾਂ ਥੋੜ੍ਹਾ ਜਿਹਾ ਇਸ ਮਹੀਨੇ ਦੇ ਇਸ ਜੋ ਮਾਘੀ ਦਾ ਪੁਰਬ ਹੈ ਇਸ ਦੇ ਪਿਛੋਕੜ ਵਿੱਚ ਜਾਂਦੇ ਹਾਂ, ਕੇਵਲ ਪੰਛੀ ਝਾਤ ਮਾਰਨੀ ਹੈ। ਉਂਝ ਤਾਂ ਬਹੁਤ ਲੰਬਾ ਇਤਿਹਾਸ ਹੈ ਅਤੇ ਬੜਾ ਦਰਦਨਾਕ ਇਤਿਹਾਸ ਹੈ। ਪਹਾੜੀਆਂ ਨੇ ਮੁਗਲਾਂ ਨੇ ਰਲ ਕੇ ਅਨੰਦਪੁਰ ਸਾਹਿਬ ਦੇ ਆਨੰਦਗੜ੍ਹ ਸਾਹਿਬ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ। ਬਾਹਰੋਂ ਰਸਤ ਪਾਣੀ ਆਉਣਾ ਬੰਦ ਕਰ ਦਿੱਤਾ। ਹਾਲਾਤ ਇੱਥੋਂ ਤੱਕ ਪਹੁੰਚ ਗਏ ਆ, ਦਿਨ ਦੇ ਵਿੱਚ ਇੱਕ ਮੁੱਠੀ ਛੋਲਿਆਂ ਦੀ ਇੱਕ ਸਿੰਘ ਨੂੰ ਦਿੱਤੀ ਜਾਂਦੀ ਹੈ ਔਰ ਇੱਕ ਬਾਟਾ ਪਾਣੀ ਦਾ, ਕਿਉਂਕਿ ਪਾਣੀ ਆਉਣਾ ਵੀ ਦੁਸ਼ਮਣ ਨੇ ਬੰਦ ਕਰ ਦਿੱਤਾ ਸੀ। ਜੋ ਦਰਿਆ ਸਤਲੁਜ ਦਾ ਪਾਣੀ ਕਿਲ੍ਹੇ ਦੇ ਕੋਲ ਦੀ ਲੰਘਦਾ ਸੀ, ਜਿਸ ਨੂੰ ਲੈ ਕਰਕੇ ਸਿੰਘ ਇਸ਼ਨਾਨ ਕਰਦੇ ਆਪਣੇ ਸਰੀਰ ਦੀਆਂ ਲੋੜਾਂ ਪੂਰੀਆਂ ਕਰਦੇ ਸਨ, ਬੰਨ੍ਹ ਲਾ ਦਿੱਤਾ। ਔਰ ਬਾਲਟੀਆਂ ਗਾਗਰਾਂ ਲੈ ਕੇ ਜੇ 4 ਸਿੰਘ ਪਾਣੀ ਲੈਣ ਵਾਸਤੇ ਜਾਂਦੇ, ਉਹਨਾਂ ਵਿੱਚੋਂ 2 ਹੀ ਵਾਪਸ ਮੁੜਦੇ, 2 ਸ਼ਹੀਦ ਹੋ ਜਾਂਦੇ। ਇਸ ਪ੍ਰਕਾਰ ਦੀ ਨੌਬਤ ਆ ਗਈ। ਘੋੜੇ ਸਾਰੇ ਭੁੱਖ ਘਾਹ ਪੱਠੇ ਦਾਣੇ ਦੀ ਅਣਹੋਂਦ ਕਾਰਨ ਚੜ੍ਹਾਈ ਕਰ ਗਏ। ਪ੍ਰਸਾਦੀ ਹਾਥੀ ਵਰਗੇ ਜੋ ਸਤਿਗੁਰਾਂ ਨੂੰ ਚੌਰ ਕਰਦਾ ਸੀ, ਸਤਿਗੁਰਾਂ ਦੇ ਚਰਨਾਂ ਨੂੰ ਧੋਣ ਵਾਸਤੇ ਜਲ ਪਾਉਂਦਾ ਸੀ, ਉਹ ਵੀ ਅਲਵਿਦਾ ਕਹਿ ਗਿਆ। ਇਹੋ ਜਿਹੇ ਭੁੱਖ ਦੇ ਦੁੱਖ ਤੋਂ ਮਾਰੇ ਹੋਏ ਕੁਝ ਸਮੇਂ ਕੁਛ ਸਿੰਘ ਮਨ ਕਰਕੇ ਡੋਲ ਗਏ। ਉਂਝ ਕਹਿਣਾ ਸੌਖਾ ਹੈ, ਜਦੋਂ ਮਨੁੱਖ ਦੇ ਉੱਤੇ ਬੀਤਦੀ ਹੈ ਬੜਾ ਔਖਾ ਸਮਾਂ ਹੈ। ਭਾਵੇਂ ਗੁਰੂ ਕੀ ਬਾਣੀ ਵਿੱਚ ਨਹੀਂ, ਬਾਬਾ ਫਰੀਦ ਜੀ ਨੇ ਲਿਖਣਾ ਕੀਤਾ, ਫਰੀਦਾ ਮੌਤੋਂ ਭੁੱਖ ਬੁਰੀ, ਕਿਉਂਕਿ ਮੌਤ ਇੱਕ ਵਾਰੀ ਆ ਜਾਂਦੀ ਹੈ। ਭੁੱਖ ਦਾ ਦੁੱਖ ਪਲ ਪਲ ਮਨੁੱਖ ਨੂੰ ਸਤਾਉਂਦਾ ਹੈ, ਪਰੇਸ਼ਾਨ ਕਰਦਾ ਹੈ। ਤਾਂ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਕੁਛ ਰਿਆੜਕੀ ਦੇ ਸਿੰਘ, ਕੁਛ ਮਾਝੇ ਦੇ ਸਿੰਘ ਇਕੱਠੇ ਹੋ ਕੇ ਆਏ। ਸਤਿਗੁਰਾਂ ਨੂੰ ਆ ਕੇ ਅਰਜ਼ ਕੀਤੀ, ਪਾਤਸ਼ਾਹ ਹੁਣ ਸਾਤੋਂ ਹੋਰ ਸਮਾਂ ਇੱਥੇ ਰਿਹਾ ਨਹੀਂ ਜਾ ਸਕਦਾ। ਜਿੱਥੇ ਭੁੱਖ ਦਾ ਦੁੱਖ ਹੈ ਉੱਥੇ 5-5 ਮਹੀਨੇ ਹੋ ਗਏ ਪਰਿਵਾਰਾਂ ਤੋਂ ਵਿਛੜਿਆ ਹੋਇਆਂ ਨੂੰ। ਅਜੇ ਤੱਕ ਪਤਾ ਨਹੀਂ ਕਿੰਨਾ ਕੁ ਸਮਾਂ ਹੋਰ ਇਹ ਘਮਸਾਨ ਚੱਲਣਾ ਹੈ। ਕਿਰਪਾ ਕਰੋ ਸਾਨੂੰ ਇੱਥੋਂ ਜਾਣ ਦੀ ਆਗਿਆ ਦੇ ਦਿਓ।
ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮੁਸਕਰਾਏ ਚੜ੍ਹਦੀ ਕਲਾ ਵਿੱਚ ਔਰ ਉਹਨਾਂ ਨੂੰ ਹੁਕਮ ਕੀਤਾ ਕਿ ਨਾ ਤਾਂ ਕਿਸੇ ਨੂੰ ਜ਼ਬਰਦਸਤੀ ਰੱਖਿਆ ਜਾ ਸਕਦਾ ਹੈ, ਨਾ ਜ਼ਬਰਦਸਤੀ ਭੇਜਿਆ ਜਾ ਸਕਦਾ ਹੈ। ਜੇ ਤੁਸੀਂ ਜਾਣਾ ਚਾਹੁੰਦੇ ਹੋ ਬੜੀ ਖੁਸ਼ੀ ਦੇ ਨਾਲ ਜਾ ਸਕਦੇ ਹੋ, ਪਰ ਜਾਣ ਤੋਂ ਪਹਿਲਾਂ ਤੁਹਾਡਾ ਸਾਡਾ ਬਹੁਤ ਲੰਬੇਰਾ ਸੰਬੰਧ ਹੈ। ਸਾਨੂੰ ਕੁਛ ਨਿਸ਼ਾਨੀ ਦੇ ਕੇ ਜਾਓ। ਸਿੱਖਾਂ ਨੇ ਬੇਨਤੀ ਕੀਤੀ, ਪਾਤਸ਼ਾਹ ਨਿਸ਼ਾਨੀ ਕੀ ਦੇਈਏ? ਜੋ ਤਨ ਦੇ ਕੱਪੜੇ ਆ ਉਹ ਵੀ ਲੀਰੋ ਲੀਰ ਹੋ ਗਏ ਆ। ਸਾਡੇ ਪਾਸ ਕੋਈ ਵੀ ਵਸਤੂ ਨਹੀਂ, ਨਾ ਸੋਨਾ ਨਾ ਚਾਂਦੀ, ਨਾ ਕੋਈ ਟਕਾ ਰੁਪਈਆ। ਕੀ ਨਿਸ਼ਾਨੀ ਦੇ ਕੇ ਜਾਈਏ? ਸਤਿਗੁਰੂ ਕਹਿਣ ਲੱਗੇ ਫਿਰ ਵੀ ਕੁਛ ਨਾ ਕੁਛ ਯਾਦਾਸ਼ਤ ਵਜੋਂ ਦੇ ਜਾਣਾ ਚਾਹੀਦਾ। ਪਾਤਸ਼ਾਹ ਸਾਡੇ ਪਾਸ ਦੇਣ ਲਈ ਕੋਈ ਨਹੀਂ। ਗੁਰਦੇਵ ਜੀ ਨੇ ਮੇਵੜੇ ਨੂੰ ਕਿਹਾ ਕਿ ਕਾਗਜ਼ ਤੇ ਕਲਮ ਮੰਗਵਾਇਆ। ਕਹਿਣ ਲੱਗੇ ਕਾਗਜ਼ ਅਸੀਂ ਤੁਹਾਨੂੰ ਦਿੰਦੇ ਹਾਂ, ਕਲਮ ਅਸੀਂ ਦਿੰਦੇ ਹਾਂ, ਸਿਆਹੀ ਤੁਹਾਨੂੰ ਦਿੰਦੇ ਹਾਂ, ਔਰ ਇਸ ਕੋਰੇ ਕਾਗਜ਼ ਦੇ ਉੱਤੇ 2 ਸ਼ਬਦ ਲਿਖ ਕੇ ਦੇ ਜਾਓ ਨਿਸ਼ਾਨੀ ਵਜੋਂ ਕਿ ਅੱਜ ਤੋਂ ਲੈ ਕੇ ਅਸੀਂ ਤੁਹਾਡੇ ਸਿੱਖ ਨਹੀਂ, ਤੁਸੀਂ ਸਾਡੇ ਗੁਰੂ ਨਹੀਂ। ਔਰ ਬੜਾ ਔਖਾ ਸੀ, ਪਰ ਸਿਰ ਦੇ ਉੱਤੇ ਪੱਥਰ ਰੱਖ ਕਰਕੇ ਲਿਖ ਦਿੱਤਾ ਭੁੱਖ ਦੇ ਦੁੱਖ ਤੋਂ ਮਾਰਿਆ ਹੋਇਆਂ ਨੇ ਕਿ ਪਾਤਸ਼ਾਹ ਠੀਕ ਹੈ, ਅਸੀਂ ਅੱਜ ਤੋਂ ਲੈ ਕੇ ਤੁਹਾਡੀ ਸਿੱਖੀ ਨੂੰ ਤਲਾਂਜਲੀ ਦਿੰਦੇ ਹਾਂ। ਅੱਜ ਤੋਂ ਅਸੀਂ ਤੁਹਾਨੂੰ ਗੁਰੂ ਮੰਨਣ ਤੋਂ ਨਾ ਕਰ ਦਿੱਤੀ ਹੈ ਔਰ ਅਸੀਂ ਤੁਹਾਡੇ ਸਿੱਖ ਨਹੀਂ। ਸਤਿਗੁਰੂ ਕਹਿਣ ਲੱਗੇ ਬੜੀ ਖੁਸ਼ੀ ਦੇ ਨਾਲ ਜਾਓ। ਘਰਾਂ ਨੂੰ ਚਲੇ ਗਏ। ਗੁਰੂ ਮਹਾਰਾਜ ਜੀ ਨੇ ਉਹ ਲਿਖੇ ਹੋਏ ਅੱਖਰ ਜਿਹੜੇ ਸਾਂਭ ਕੇ ਰੱਖ ਲਏ। ਸਤਿਗੁਰਾਂ ਨੂੰ ਪਤਾ ਸੀ ਕਿ ਭਾਵੇਂ ਇਹ ਮਜਬੂਰੀ ਬਸ ਲਿਖ ਕੇ ਦੇ ਗਏ ਆ, ਪਰ ਅੰਦਰੋਂ ਇਹਨਾਂ ਦਾ ਨਿਉ ਜਿਹੜਾ ਉਹ ਜੇ ਟੁੱਟਾ ਨਹੀਂ। ਸਮਾਂ ਆਏਗਾ ਇਹਨਾਂ ਨੇ ਉਹੀ ਅੱਖਰ ਲਿਖੇ ਹੋਏ ਸਾਡੇ ਪਾਸੋਂ ਮੁੜ ਦੁਬਾਰਾ ਮੰਗਣੇ ਆ। ਤਾਂ ਤੇ ਸਮਾਂ ਬੀਤਦਾ ਗਿਆ। 6 ਪੋਹ ਨੂੰ ਸਤਿਗੁਰਾਂ ਨੇ ਅਨੰਦਪੁਰ ਸਾਹਿਬ ਛੱਡਿਆ ਔਰ ਆਪ ਸਾਰਿਆਂ ਨੂੰ ਪਤਾ ਹੈ ਸਰਸਾ ਦੇ ਕੰਢੇ ਉੱਤੇ ਸਤਿਗੁਰਾਂ ਨੇ ਦੀਵਾਨ ਸਜਾਇਆ। ਘਮਸਾਨ ਦਾ ਯੁੱਧ ਹੋਇਆ। ਕੁਝ ਸਿੰਘ ਸਰਸਾ ਨੂੰ ਪਾਰ ਕੀਤੇ ਆ ਔਰ ਰਸਤੇ ਵਿੱਚ ਰੰਗੜਾਂ ਨਾਲ ਝੜਪ ਲੈਂਦੇ ਹੋਏ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨਿਹੰਗ ਕੋਟਲਾ ਖਾਂ ਜਾ ਕੇ ਰਾਤ ਕੱਟੀ ਹੈ। ਰਾਤ ਕੱਟਣ ਤੋਂ ਉਪਰੰਤ ਨਿਹੰਗ ਸਾਹਿਬ ਨੇ ਸੋ ਸਤਿਗੁਰਾਂ ਨੂੰ ਜਲ ਪਾਣੀ ਛਕਾਇਆ। ਸਤਿਗੁਰੂ ਕਹਿਣ ਲੱਗੇ ਉਸ ਨੂੰ ਸਤਿਗੁਰਾਂ ਦੇ ਨਾਲ ਤੋਰਿਆ ਜੋ ਸਤਿਗੁਰਾਂ ਨੂੰ ਚਮਕੌਰ ਦੀ ਗੜੀ ਵਿੱਚ ਪਹੁੰਚਾ ਆਇਆ ਸੁਰੱਖਿਅਤ। ਉੱਥੇ ਸਤਿਗੁਰਾਂ ਨੇ ਵਿਉਂਤਬੰਦੀ ਕੀਤੀ ਔਰ 40 ਸਿੰਘ ਹੈ। ਗੁਰਦੇਵ ਜੀ ਆਪ ਹਨ, 2 ਸਾਹਿਬਜ਼ਾਦੇ ਹੈ ਔਰ 10 ਲੱਖ ਦੇ ਨਾਲ ਮੁਕਾਬਲਾ ਕੀਤਾ। ਸਾਰਾ ਦਿਨ ਯੁੱਧ ਚੱਲਦਾ ਰਿਹਾ। ਰਾਤ ਪਈ। ਗੁਰੂ ਕੇ ਸਿੱਖਾਂ ਦਾ ਮਤਾ ਹੁਕਮਨਾਮੇ ਦੇ ਰੂਪ ਵਿੱਚ ਜੋ ਉਹਨਾਂ ਨੇ ਬੇਨਤੀ ਰੂਪ ਵਿੱਚ ਕੀਤਾ ਮੰਨ ਕੇ ਸਤਿਗੁਰਾਂ ਨੇ ਤਾੜੀ ਮਾਰ ਕੇ ਚਮਕੌਰ ਦੀ ਗੜੀ ਨੂੰ ਛੱਡਿਆ ਔਰ ਛੱਡਣ ਤੋਂ ਉਪਰੰਤ ਕਿਤੇ ਸਹਿਜੇ ਕਿਤੇ ਦੌੜਦੇ ਗੁਰੂ ਮਹਾਰਾਜ ਤੜਕਸਾਰ ਮਾਛੀਵਾੜੇ ਦੇ ਜੰਗਲਾਂ ਵਿੱਚ ਪਹੁੰਚੇ ਆ, ਜਿੱਥੇ ਗੁਰਦੇਵ ਜੀ ਨੇ ਜੋ 3 ਪਿਆਰੇ ਸਨ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਅੰਮ੍ਰਿਤ ਵੇਲੇ ਆ ਕੇ ਮਿਲੇ ਆ। ਹਾਲਤ ਉਸ ਵੇਲੇ ਗੁਰਦੇਵ ਜੀ ਦੀ ਕਿਹੋ ਜਿਹੀ ਹੈ? ਭਾਈ ਵੀਰ ਸਿੰਘ ਹੋਰਾਂ ਨੇ ਲਿਖਿਆ ਕਿ ਤਕਰੀਬਨ ਸਤਿਗੁਰਾਂ ਦਾ 3 ਦਿਨ ਤੋਂ ਕਮਰ ਕੱਸਾ ਉਹਨਾਂ ਨੇ ਜੰਗ ਵਿੱਚ ਬੰਨ੍ਹਿਆ ਹੋਇਆ ਸੀ, ਜੋ ਤਕਰੀਬਨ ਸਰੀਰ ਦੇ ਵਿੱਚ 1.5 ਇੰਚੀ ਸਰੀਰ ਦੇ ਮਾਸ ਵਿੱਚ ਖੁੱਭ ਚੁੱਕਾ ਸੀ ਔਰ ਸਾਰਾ ਜਾਮਾ ਲੀਰੋ ਲੀਰ ਹੈ। ਪੈਰ ਜਿਹੜੇ ਆ ਉਹਨਾਂ ਵਿੱਚੋਂ ਲਹੂ ਵਗ ਰਿਹਾ ਹੈ, ਛਾਲੇ ਪਏ ਹੋਏ ਹੈ। ਕਕਰਾਲੀ ਕੱਕਰ ਦੇ ਨਾਲ ਭਰੀ ਹੋਈ ਧਰਤੀ ਹੈ ਔਰ ਟਿੰਡਾ ਸਰਾਣਾ ਲੈ ਕੇ ਗੁਰੂ ਮਹਾਰਾਜ ਲੇਟੇ ਹੋਏ ਹੈ।
ਗੁਲਾਬੇ ਦਾ ਉਹ ਬਾਗ ਹੈ ਜੋ ਮਸੰਦ ਸੀ। ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਨਮਸਕਾਰ ਕੀਤੀ। ਸਤਿਗੁਰਾਂ ਨੇ ਸਾਵਧਾਨ ਹੋਏ, ਆਸ਼ੀਰਵਾਦ ਦਿੱਤੀ। ਦਿਨੇ ਗੁਲਾਬੇ ਦੇ ਘਰ ਵਿੱਚ ਰਹੇ ਹੈ ਔਰ ਗੁਲਾਬਾ ਡਰਦਾ ਸੀ। ਉਸ ਤੋਂ ਬਾਅਦ ਨਵੀ ਖਾਂ, ਗਨੀ ਖਾਂ ਗੁਰਦੇਵ ਸਤਿਗੁਰਾਂ ਨੂੰ ਆਪਣੇ ਘਰ ਵਿੱਚ ਲੈ ਗਏ ਔਰ ਇੰਨੇ ਔਖੇ ਵਿਖੜੇ ਸਮੇਂ ਵਿੱਚ ਵੀ ਗੁਰੂ ਮਹਾਰਾਜ ਆਪਣੇ ਸ਼ਰਧਾਲੂਆਂ ਦੀਆਂ ਕਿਵੇਂ ਮਨੋਕਾਮਨਾ ਪੂਰੀਆਂ ਕਰਦੇ ਆ। ਮਾਛੀਵਾੜੇ ਦੇ ਵਿੱਚ ਹੀ ਮਾਤਾ ਹਰਦਈ ਜੀ ਰਹਿੰਦੇ ਸਨ, ਜਿਨ੍ਹਾਂ ਨੇ ਆਪ ਕਪਾਹ ਨੂੰ ਚੁਣਿਆ, ਝੰਬਿਆ, ਬੇਲਿਆ, ਪੰਜਾਇਆ, ਰੂੰ ਕੰਤਿਆ ਔਰ ਉਹਦਾ ਥਾਨ ਬਣਵਾਇਆ ਕੱਪੜੇ ਦਾ। ਅਤੇ ਮਨ ਵਿੱਚ ਭਾਵਨਾ ਇਹ ਧਾਰਨ ਕੀਤੀ ਕਿ ਸਤਿਗੁਰੂ ਕਿਰਪਾ ਕਰਨ, ਇਸ ਨੂੰ ਸਵੀਕਾਰ ਕਰਨ। ਤਾਂ ਤੇ 2 ਦਿਨ ਜਦੋਂ ਸਤਿਗੁਰਾਂ ਨੇ ਉੱਥੇ ਵਿਸਰਾਮ ਕੀਤਾ, ਮਾਤਾ ਹਰਦਈ ਦੇ ਘਰੋਂ ਥਾਨ ਮੰਗਵਾਇਆ। ਮਾਤਾ ਥਾਨ ਲੈ ਕੇ ਹਾਜ਼ਰ ਹੋਈ। ਸਤਿਗੁਰਾਂ ਨੇ ਸ਼ੀਸ਼ਾਂ ਪ੍ਰਦਾਨ ਕੀਤੀਆਂ। ਉਹੀ ਥਾਨ ਸਤਿਗੁਰਾਂ ਨੇ ਨਵੀ ਖਾਂ, ਗਨੀ ਖਾਂ ਦੇ ਹੱਥੀਂ ਭੇਜ ਕਰਕੇ ਨੀਲੇ ਰੰਗ ਦਾ ਉਸ ਨੂੰ ਰੰਗ ਚੜ੍ਹਾਉਣਾ ਕੀਤਾ ਔਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ, ਕਿਉਂਕਿ ਫੌਜਾਂ ਦਾ 4 ਚੁਫੇਰੇ ਘੇਰਾ ਪੈ ਚੁੱਕਾ ਸੀ ਔਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇੱਕ ਪਾਸੇ ਭਾਈ ਨਵੀ ਖਾਂ, ਗਨੀ ਖਾਂ ਅੱਗੇ ਲੱਗੇ ਆ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਉੱਚ ਦਾ ਪੀਰ ਬਣਵਾਇਆ ਔਰ ਇਸੇ ਪ੍ਰਕਾਰ ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ ਪਿਛਲੇ ਪਾਪਿਆਂ ਨੂੰ ਸੋ ਪਲੰਘ ਚੱਕ ਕਰਕੇ ਭਾਈ ਦਇਆ ਸਿੰਘ ਜੀ ਮੋਹਰਾਂ ਦੇ ਖੰਭਾਂ ਦਾ ਚੌਰ ਕਰਦੇ ਆ ਔਰ ਇਸ ਪ੍ਰਕਾਰ ਫੌਜ ਵਿੱਚੋਂ, ਘੇਰੇ ਵਿੱਚੋਂ ਔਰ ਉੱਚ ਦੇ ਪੀਰ ਦਰਸਾ ਕਰਕੇ ਸਤਿਗੁਰਾਂ ਨੂੰ ਸੁਰੱਖਿਅਤ ਤੌਰ 'ਤੇ ਅਗਾਂਹ ਪਹੁੰਚਾਇਆ। ਆਲਮਗੀਰ ਪਹੁੰਚੇ ਔਰ ਉੱਥੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਔਰ ਕਪੂਰੇ ਦੇ ਕੋਲ ਗਏ। ਪਹਿਲਾਂ ਵੀ ਕਈ ਥਾਈਂ ਠਹਿਰਾਓ ਕੀਤਾ। ਰਾਏ ਕੱਲੇ ਕੋਲ ਪਹੁੰਚੇ, ਜਿੱਥੇ ਸਤਿਗੁਰਾਂ ਨੇ ਔਰ ਛੋਟੇ ਸਾਹਿਬਜ਼ਾਦਿਆਂ ਦੀ ਖਬਰ ਲੈਣ ਵਾਸਤੇ ਮਾਹੀ ਨੂੰ ਭੇਜਣਾ ਕੀਤਾ। ਆ ਕੇ ਖਬਰ ਦਿੱਤੀ ਕਿ ਜਿੰਦਾ ਜੀ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਨੂੰ ਸੂਬਾ ਸਰਹੰਦ ਨੇ ਨੀਹਾਂ ਵਿੱਚ ਚਿਣਵਾ ਕੇ ਅਤੇ ਯਵਾ ਕਰਕੇ ਸ਼ਹੀਦ ਕਰ ਦਿੱਤਾ। ਕਾਹੀ ਦਾ ਬੂਟਾ ਤੀਰ ਦੇ ਨਾਲ ਪਟਿਆ, ਆਕਾਸ਼ ਵੱਲ ਸਿੱਟ ਦਿੱਤਾ ਅਤੇ ਵਚਨ ਕੀਤਾ ਕਿ ਅੱਜ ਤੋਂ ਲੈ ਕੇ ਸਦਾ ਵਾਸਤੇ ਮੁਗਲਾਂ ਦੀ ਜੜ੍ਹ ਜਿਹੜੀ ਆ ਉਹ ਪੁੱਟੀ ਗਈ ਹੈ, ਥੋੜ੍ਹੇ ਸਮੇਂ ਵਿੱਚ ਇਹ ਸੁੱਕ ਜਾਵੇਗੀ। ਔਰ ਉਸ ਤੋਂ ਬਾਅਦ ਗੁਰੂ ਮਹਾਰਾਜ ਕਪੂਰੇ ਦੇ ਕੋਲ, ਉਸ ਤੋਂ ਪਹਿਲਾਂ ਭਾਈ ਜੋਧ ਦੇ ਕੋਲ ਪਹੁੰਚਣਾ ਕੀਤਾ ਔਰ ਭਾਈ ਲਖਵੀਰ ਅਤੇ ਭਾਈ ਸ਼ਮੀਰ ਔਰ ਦੀਨੇ ਕਾਂਗੜ ਪਹੁੰਚੇ ਆ। ਚੜ੍ਹਦੀ ਕਲਾ ਵਿੱਚ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ। ਜ਼ਫਰਨਾਮੇ ਦਾ ਭਾਵ ਫਤਿਹ ਦੀ ਚਿੱਠੀ, ਔਰ ਉਹਦੇ ਵਿੱਚ ਲਿਖਣਾ ਕੀਤਾ, ਮਤ ਜਾਣੀ ਕਿ 4 ਬੱਚੇ ਗੋਬਿੰਦ ਦੇ ਸ਼ਹੀਦ ਕਰ ਦਿੱਤੇ ਆ, ਪਰ ਯਾਦ ਰੱਖ ਇਹ ਖਾਲਸਾ ਮੇਰਾ ਕੁੰਡਲੀਦਾਰ ਸਰਪ ਜਿਹੜਾ ਹੈ ਇਹ ਤੈਨੂੰ ਮਾਰਨ ਵਾਸਤੇ ਤਿਆਰ ਹੈ। 4 ਲਾਟਾਂ ਬੁਝਾ ਦਿੱਤੀਆਂ। ਕੀ ਹੋਇਆ? ਜਦੋਂ ਕਿ ਅੱਗ ਦੇ ਭਾਂਬੜ ਤੇਰੇ ਪੈਰਾਂ ਹੇਠ ਅਜੇ ਵੱਜ ਰਹੇ ਆ। ਚੜ੍ਹਦੀ ਕਲਾ ਦੀ ਚਿੱਠੀ ਲਿਖ ਕਰਕੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਹੋਰਾਂ ਨੂੰ ਭੇਜਿਆ ਔਰ ਉੱਥੇ ਹੀ ਸੂਹ ਮਿਲੀ ਕਿ ਸੂਬਾ ਸਰਹੰਦ ਜਿਹੜਾ ਉਹ ਆਪ ਜੀ ਦਾ ਪਿੱਛਾ ਕਰਦਾ ਆ ਰਿਹਾ ਔਰ ਤਕਰੀਬਨ 10,000 ਫੌਜ ਲੈ ਕੇ ਆ ਰਿਹਾ। ਗੁਰੂ ਮਹਾਰਾਜ ਅਗਾਂਹ ਚੱਲੇ। ਚਲਦਿਆਂ ਚਲਦਿਆਂ ਨਗਰਾਂ ਵਿੱਚ ਦੀ ਹੁੰਦੇ ਹੋਏ ਔਰ ਕਪੂਰੇ ਦੇ ਕੋਲ ਪਹੁੰਚੇ, ਜਿਹਨੂੰ ਕੋਟ ਕਪੂਰਾ ਕਿਹਾ ਜਾਂਦਾ। ਕੋਟ ਦਾ ਭਾਵ ਕਿਲ੍ਹਾ। ਕਪੂਰਾ ਉਸ ਦਾ ਨਾਂ ਸੀ। ਅੰਮ੍ਰਿਤ ਛਕ ਕੇ ਬਾਅਦ ਵਿੱਚ ਕਪੂਰ ਸਿੰਘ ਬਣਿਆ। ਸਤਿਗੁਰੂ ਕਹਿਣ ਲੱਗੇ, ਭਾਈ ਕਪੂਰਿਆ ਤੂੰ ਜੱਦੀ ਕਦੀਮੀ ਗੁਰੂ ਕਾ ਸਿੱਖ ਹੈ, ਕੋਟ ਦੇ ਆਪਾਂ ਇੱਥੇ ਨਵਾਬ ਦਾ ਮੁਕਾਬਲਾ ਕਰੀਏ ਸਰਹੰਦ ਦਾ। ਕਹਿਣ ਲੱਗਾ, ਪਾਤਸ਼ਾਹ ਡਰ ਲੱਗਦਾ, ਮੈਂ ਰਾਜ ਭਾਗ ਛੱਡਿਆ ਨਹੀਂ ਜਾਂਦਾ, ਇਸ ਨੂੰ ਲਾਲਚ ਜਾਣ ਲਓ, ਜੋ ਕੁਛ ਮੇਰੀ ਕਮਜ਼ੋਰੀ ਜਾਣ ਲਓ। ਸਤਿਗੁਰੂ ਕਹਿਣ ਲੱਗੇ, ਬਸ ਇਸ ਡਰ ਨੇ ਹੀ ਤੈਨੂੰ ਮਾਰਨਾ ਹੈ।
ਜਿੰਨਾ ਚਿਰ ਤੂੰ ਨਿਰਭੈ ਨਹੀਂ ਹੁੰਦਾ ਉਨਾ ਚਿਰ ਇਸ ਡਰ ਨੇ ਤੈਨੂੰ ਲੈ ਬਹਿਣਾ। ਤੇਰੇ ਵਰਗੇ ਬੰਦਿਆਂ ਦੀ ਲੋੜ ਨਹੀਂ ਜੋ ਹਕੂਮਤ ਤੋਂ ਡਰਦੇ ਹੋਣ ਤੇ ਸੱਚ ਦਾ ਸਾਥ ਦੇਣ ਤੋਂ ਗੁਰੇਜ਼ ਕਰਦੇ ਹੋਣ। ਸਤਿਗੁਰੂ ਕਹਿਣ ਲੱਗੇ, ਕਪੂਰਿਆ ਜੀ ਹੋਰ ਕੁਛ ਨਹੀਂ ਕਰ ਸਕਦਾ ਤੇ ਸਾਨੂੰ ਕੋਈ ਮੋਹਤਵਰ ਬੰਦਾ ਦੇ ਜੋ ਸਾਨੂੰ ਖਦਰਾਣੇ ਦੀ ਢਾਬ ਉੱਤੇ ਪਹੁੰਚਾਵੇ। ਕਪੂਰੇ ਨੇ ਖਾਨਾ ਬਰਾੜ ਦਿੱਤਾ ਆਪਣਾ ਨੌਕਰ, ਔਰ ਨਾਲ ਕਹਿਣਾ ਕੀਤਾ ਕਿ ਆਪ ਜੰਗ ਵਿੱਚ ਹਿੱਸਾ ਨਾ ਲਈ, ਸਗੋਂ ਸਤਿਗੁਰਾਂ ਨੂੰ ਵੀ ਪ੍ਰੇਰਨਾ ਦੇਈ ਕਿ ਜੰਗ ਨਾ ਕਰੋ, ਖਦਰਾਨੇ ਦੀ ਢਾਬ ਉੱਤੇ ਪਹੁੰਚਾ ਆ। ਤਾਂ ਤੇ ਰੂਪੇ ਆਣਾ ਵੀ ਕਿਹਾ ਜਾਂਦਾ। ਉੱਥੇ ਰਿਆੜਕੀ ਤੇ ਮਾਲਵੇ ਦੇ ਸਿੰਘ ਜਿਹੜੇ ਉਸ ਸਮੇਂ ਲਿਖ ਕੇ ਦੇ ਗਏ ਸਨ ਕਿ ਤੁਸੀਂ ਸਾਡੇ ਗੁਰੂ ਨੇ, ਅਸੀਂ ਤੁਹਾਡੇ ਸਿੱਖ ਨਹੀਂ, ਉਹ ਵੀ ਮਾਤਾ ਭਾਗੋ ਦੀ ਅਗਵਾਈ ਅਤੇ ਭਾਈ ਮਹਾਂ ਸਿੰਘ ਦੀ ਤਾਬੇਦਾਰੀ ਦੇ ਹੇਠ ਸੋ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਹਾਜ਼ਰ ਹੋਏ ਔਰ ਗੁਰੂ ਮਹਾਰਾਜ ਜੀ ਨੂੰ ਪ੍ਰੇਰਨਾ ਦੇਣ ਲੱਗੇ ਕਿ ਮਹਾਰਾਜ ਕਿਰਪਾ ਕਰੋ, ਸੁਲ੍ਹਾ ਕਰ ਲਓ। ਸਤਿਗੁਰਾਂ ਨੇ ਉਹਨਾਂ ਨੂੰ ਇੱਕੋ ਸਵਾਲ ਪੁੱਛਿਆ, ਤੁਸੀਂ ਸਿੱਖ ਹੋ ਜਾਂ ਗੁਰੂ ਬਣ ਕੇ ਆਏ ਹੋ? ਕਹਿਣ ਲੱਗੇ, ਮਹਾਰਾਜ ਹਾਂ ਤਾਂ ਤੁਹਾਡੇ ਸਿੱਖ। ਕਹਿੰਦੇ, ਸਿੱਖ ਦਾ ਕੰਮ ਹੁੰਦਾ ਸਿੱਖਿਆ ਸੁਣਨੀ ਤੇ ਉਹਦੇ ਉੱਤੇ ਪਹਿਰਾ ਦੇਣਾ, ਪਰ ਤੁਸੀਂ ਤਾਂ ਸਿੱਖਿਆ ਸੁਣਨ ਦੀ ਬਜਾਏ ਸਿੱਖਿਆ ਦੇਣ ਆਏ ਹੋ, ਇਸ ਕਰਕੇ ਤੁਸੀਂ ਸਿੱਖ ਨਹੀਂ ਹੋ। ਔਰ ਮੈਨੂੰ ਇੱਕ ਅਲਪਗ ਜਾਣ ਕਰਕੇ ਤੇ ਤੁਸੀਂ ਮੈਨੂੰ ਪ੍ਰੇਰਿਤ ਕਰਦੇ ਹੋ। ਠੀਕ ਹੈ, ਤੁਸੀਂ ਮੇਰੀਆਂ 2-3 ਗੱਲਾਂ ਦਾ ਜਵਾਬ ਦਿਓ। ਜਦੋਂ ਪੰਜਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ ਤਦੋਂ ਤੁਸੀਂ ਕਿੱਥੇ ਸਾਓ? ਤਦੋਂ ਵੀ ਇੱਥੇ ਵਾਸੇ ਸਾਓ। ਜਦੋਂ 9ਵੇਂ ਪਾਤਸ਼ਾਹ ਨੂੰ ਔਰੰਗਜ਼ੇਬ ਨੇ ਸ਼ਹੀਦ ਕੀਤਾ ਤਦੋਂ ਉਹਦੇ ਨਾਲ ਸੁਲ੍ਹਾ ਕੋਈ ਨਹੀਂ ਕਰਾਈ। ਜਦੋਂ ਇਸੇ ਪ੍ਰਕਾਰ ਛੋਟੇ ਛੋਟੇ ਸ਼ੀਰਖੋਰ ਬੱਚਿਆਂ ਨੂੰ ਨੀਹਾਂ ਵਿੱਚ ਸਰਹੰਦ ਦੇ ਨਵਾਬ ਨੇ ਚਿਣ ਕੇ ਸ਼ਹੀਦ ਕਰ ਦਿੱਤਾ, ਜਿਵਾ ਕਰ ਦਿੱਤਾ, ਤਦੋਂ ਤੁਸੀਂ ਕਿੱਥੇ ਸਾਓ? ਹੁਣ ਤੁਸੀਂ ਮੈਨੂੰ ਮੱਤਾਂ ਦੇਣ ਵਾਸਤੇ ਆ ਗਏ ਹੋ। ਜੇ ਸਿੱਖ ਹੋ ਤੇ ਹੁਣ ਮੈਦਾਨ ਮਗਣ ਵਾਲਾ, ਤੱਤਾ ਹੋਣ ਵਾਲਾ ਸਮਾਂ ਬੜਾ ਘੱਟ ਹੈ। ਜੇ ਗੁਰਸਿੱਖੀ ਤੋਂ ਮੂੰਹ ਮੋੜਿਆ ਤੇ ਵਾਪਸ ਘਰਾਂ ਨੂੰ ਚਲੇ ਜਾਓ, ਤੁਹਾਡੇ ਵਰਗਿਆਂ ਦੀ ਲੋੜ ਨਹੀਂ। ਔਰ ਜਿਸ ਨੇ ਸੀਸ ਦੇਣਾ ਉਹ ਅਗਾਂਹ ਤੁਰ ਆਓ। ਤਾਂ ਤੇ ਭਾਈ ਰਾਏ ਦਾ ਪੁੱਤਰ ਭਾਈ ਮਹਾਂ ਸਿੰਘ, ਭਾਈ ਰਾਏ ਭਾਈ ਮਨੀ ਸਿੰਘ ਹੋਰਾਂ ਦਾ ਭਰਾ ਸੀ, ਉਹਨਾਂ ਦਾ ਪੁੱਤਰ ਭਾਈ ਮਹਾਂ ਸਿੰਘ, ਉਸ ਨੇ ਲਕੀਰ ਖਿੱਚ ਦਿੱਤੀ ਕਿ ਜਿਸ ਨੇ ਆਪਣੇ ਜਾਨਾਂ ਦੀ ਆਹੂਤੀ ਦੇਣੀ ਹੈ, ਗੁਰੂ ਦਾ ਜੰਗ ਵਿੱਚ ਸਾਥ ਦੇਣਾ ਹੈ ਔਰ ਸ਼ਹੀਦੀਆਂ ਪ੍ਰਾਪਤ ਕਰਨੀਆਂ, ਉਹ ਲਕੀਰ ਨੂੰ ਟੱਪ ਆਓ। ਦੇਖਦੇ ਦੇਖਦੇ ਸੈਂਕੜਿਆਂ ਦੀ ਗਿਣਤੀ ਵਿੱਚ ਲਕੀਰ ਟੱਪ ਆਏ, ਕੋਈ ਵੀ ਵਾਪਸ ਨਹੀਂ ਗਿਆ। ਔਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਨਿੱਜੀ ਸਿੰਘਾਂ ਦੇ ਨਾਲ ਜਾ ਕੇ ਖਦਰਾਣੇ ਦੀ ਢਾਬ, ਜਿਹਨੂੰ ਅੱਜ ਕੱਲ੍ਹ ਮੁਕਤਸਰ ਸਾਹਿਬ ਕਿਹਾ ਜਾਂਦਾ, ਜਾ ਕੇ ਕਬਜ਼ਾ ਕਰ ਲਿਆ। ਔਰ ਭਾਈ ਮਹਾਂ ਸਿੰਘ ਦੀ ਤਾਬਿਆ ਵਿੱਚ ਜਿਹੜੇ ਸਿੰਘ ਲੀਕ ਟੱਪ ਕੇ ਗਏ ਸਨ, ਕਹਿਣ ਲੱਗੇ ਇਹੀ ਸਾਡੇ ਵਾਸਤੇ ਸਭ ਤੋਂ ਇੱਕ ਸੁਭਾਗਾ ਸਮਾਂ ਹੈ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੱਕ ਇਹ ਮੁਗਲ ਫੌਜਾਂ ਨਾ ਪਹੁੰਚਣ, ਆਪਾਂ ਪਹਿਲਾਂ ਉਹਨਾਂ ਨੂੰ ਟਾਕਰਾ ਕਰਕੇ ਵਾਪਸ ਮੋੜ ਦਈਏ। ਔਰ ਉਹਨਾਂ ਨੇ ਮੋਰਚੇ ਸੰਭਾਲ ਲਏ ਔਰ ਤੰਬੂਆਂ ਵਾਂਗੂ ਜੋ ਚਾਦਰੇ ਸਨ ਬੇਰੀਆਂ ਉੱਤੇ ਪਾ ਦਿੱਤੇ, ਤਾਂ ਜੋ ਦੁਸ਼ਮਣ ਨੂੰ ਝੋਲਾ ਪਵੇ ਕਿ ਇੱਥੇ ਗੁਰੂ ਮਹਾਰਾਜ ਜੀ ਨੇ ਆਪਣੇ ਤੰਬੂ ਲਾਏ ਹੋਏ ਆ। ਤਾਂ ਤੇ ਸਰਹੰਦ ਤੋਂ ਫੌਜ ਜਦੋਂ ਆਈ ਤੇ ਕੱਲੇ ਕੱਲੇ 5-5 ਸਿੰਘ ਜੁਦੇ ਮੋਰਚੇ ਲਾ ਕੇ ਬੈਠੇ ਸਨ। ਗੁਰੂ ਮਹਾਰਾਜ ਉੱਚੀ ਟਿੱਬੀ ਉੱਤੇ ਦੇਖ ਕੇ ਚੜ੍ਹ ਕੇ ਸਾਰਾ ਇਹ ਯੁੱਧ ਦਾ ਦ੍ਰਿਸ਼ ਦੇਖ ਰਹੇ ਆ। ਲਗਾਤਾਰ ਸਾਰਾ ਦਿਨ ਯੁੱਧ ਚੱਲਿਆ। ਪਹਿਲਾਂ ਇੱਕ ਸਿੰਘ ਵਿੱਚੋਂ ਨਿਕਲਦਾ, ਮੋਰਚੇ ਉਹਦਿਓਂ ਅਨੇਕਾਂ ਨੂੰ ਸ਼ਹੀਦ ਕਰਦਾ। ਉਹਦੀ ਮਦਦ ਵਾਸਤੇ ਮਗਰ 5 ਸਿੰਘ ਹੋਰ ਜਾਂਦੇ ਆ, 6 ਜਾਂਦੇ ਆ ਔਰ ਅਨੇਕਾਂ ਦੇ ਆਹੂ ਲਾਹ ਕੇ ਤੇ ਫੇਰ ਸ਼ਹੀਦੀ ਪ੍ਰਾਪਤ ਕਰ ਜਾਂਦੇ ਆ। ਇਸ ਪ੍ਰਕਾਰ ਯੁੱਧ ਚੱਲਦਾ ਰਿਹਾ। ਗੁਰੂ ਮਹਾਰਾਜ ਉੱਚੀ ਟਿੱਬੀ ਤੋਂ ਬਿਰਲਾ ਤੀਰ ਛੱਡਦੇ ਆ, ਜੋ ਉਹਨਾਂ ਦੇ ਸਰਦਾਰਾਂ ਨੂੰ ਵਿੰਨ ਜਾਂਦਾ ਹੈ। ਅਤੇ ਨਾਲ ਉਹਨਾਂ ਦੇ ਮਨ ਵਿੱਚ ਬੜਾ ਖੌਫ ਪੈਦਾ ਹੁੰਦਾ ਹੈ ਕਿ ਇਹ ਤੀਰ ਪਤਾ ਨਹੀਂ ਕਿੱਥੋਂ ਆਉਂਦਾ ਹੈ, ਕਿਉਂਕਿ ਇਹ ਦੂਰ ਦਰੇਡਿਓਂ ਕਿਤੋਂ ਤੀਰ ਆ ਰਿਹਾ।
ਕਿਉਂਕਿ ਜਿਹੜੇ ਸਿੰਘ ਇੱਥੇ ਮੋਰਚਿਆਂ ਵਿੱਚ ਆ ਉਹ ਤਾਂ ਕਿਰਪਾਨਾਂ ਭਾਲਿਆਂ ਨੇਜਿਆਂ ਦੇ ਨਾਲ ਲੜ ਰਹੇ ਆ, ਇਹ ਤੀਰ ਕਿੱਥੋਂ ਆਉਂਦਾ? ਤਾਂ ਤੇ ਇਸੇ ਪ੍ਰਕਾਰ ਸ਼ਾਮ ਪੈ ਗਈ। ਔਰ ਉਧਰ ਜਦੋਂ ਵਜ਼ੀਰ ਖਾਂ ਨੇ ਪੁੱਛਣਾ ਕੀਤਾ ਕਪੂਰੇ ਨੂੰ ਕਿ ਕਪੂਰਿਆ ਦੱਸ, ਔਰ ਫੌਜ ਦੇ ਵਿੱਚ ਪਾਣੀ ਦੀ ਮੰਗ ਬਹੁਤ ਵੱਧ ਗਈ ਆ, ਜਿੰਨਾ ਪਾਣੀ ਲਿਆਂਦਾ ਸੀ ਸਾਰਾ ਮੁੱਕ ਗਿਆ, ਇੱਥੋਂ ਅਗਾਂਹ ਪਾਣੀ ਕਿੰਨੀ ਕੁ ਦੂਰ ਹੈ? ਤੇ ਕਪੂਰੇ ਨੇ ਕਹਿਣਾ ਕੀਤਾ ਮਹਾਰਾਜ ਜੇ ਅਗਾਂਹ ਜਾਓਗੇ 30 ਮੀਲ ਦੇ ਉੱਤੇ ਪਾਣੀ ਹੈ, ਜੇ ਪਿੱਛੇ ਜਾਓਗੇ 10 ਮੀਲ ਦੇ ਉੱਤੇ ਪਾਣੀ ਹੈ। ਤੇ ਅਖੀਰ ਵਜ਼ੀਰ ਖਾਨ ਨੇ ਆਪਣੀ ਹਾਰ ਨੂੰ ਜਿੱਤ ਦਾ ਡਾਂਕਾ ਵਜਾ ਕੇ ਤੇ ਵਾਪਸ ਮੁੜਨਾ ਹੀ ਮੁਨਾਸਿਬ ਸਮਝਣਾ ਕੀਤਾ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਸ ਵੇਲੇ ਸ਼ਾਮ ਪਈ ਔਰ ਗੁਰੂ ਮਹਾਰਾਜ ਆਪਣਾ ਕਮਰ ਕੱਸਾ ਖੋਲ੍ਹ ਕੇ ਔਰ ਮਾਲ ਲੈ ਕੇ ਸਾਰਿਆਂ ਦੇ ਮੂੰਹ ਪੂੰਝੇ, ਕਿਸੇ ਨੂੰ 5000 ਕਿਸੇ ਨੂੰ 10,000 ਕਿਸੇ ਨੂੰ 30,000 ਦਾ ਖਿਤਾਬ ਦੇ ਕੇ ਸਤਿਗੁਰਾਂ ਨੇ ਨਿਵਾਜਣਾ ਕੀਤਾ। ਔਰ 5000 10,000 30,000 ਖਿਤਾਬ ਕੀ ਸੀ? ਜਿਹੜੇ ਮੋਰਚੇ ਸਿੰਘਾਂ ਨੇ ਬਣਾਏ ਹੋਏ ਸਨ, ਜਿਹੜਾ 5 ਕਦਮ ਉਸ ਤੋਂ 5 ਕਰਮਾਂ ਅੱਗੇ ਹੋ ਕਰਕੇ ਵੱਧ ਕੇ ਲੜਿਆ ਉਹਨੂੰ 5000 ਦਾ ਖਿਤਾਬ ਦਿੱਤਾ। ਜਿਹੜਾ 20 ਕਰਮਾਂ ਆਪਣੇ ਮੋਰਚੇ ਵਿੱਚੋਂ ਅਗਾਂਹ ਹੋ ਕੇ ਲੜਿਆ ਅਨੇਕਾਂ ਨੂੰ ਔਰ ਮੌਤ ਦੇ ਘਾਟ ਉਤਾਰਨਾ ਕੀਤਾ, ਉਹਨੂੰ 20,000 ਦਾ ਖਿਤਾਬ ਦਿੱਤਾ। ਕਿਸੇ ਨੂੰ 30,000 ਦਾ ਖਿਤਾਬ ਦਿੱਤਾ। ਸਾਰਿਆਂ ਨੂੰ ਸਤਿਗੁਰੂ ਨਿਵਾਜਦੇ ਹੋਏ ਅਖੀਰ ਭਾਈ ਮਹਾਂ ਸਿੰਘ ਜੋ ਅਜੇ ਤੱਕ ਸਕਦਾ ਸੀ, ਅਜੇ ਸਰੀਰ ਵਿੱਚੋਂ ਪ੍ਰਾਣ ਪੰਖੇਰੂ ਨਹੀਂ ਸਨ ਹੋਏ, ਮੂੰਹ ਪੂੰਝਿਆ, ਜਲ ਮੂੰਹ ਵਿੱਚ ਪਾਇਆ, ਕਹਿਣ ਲੱਗੇ ਮਹਾਂ ਸਿੰਘ ਕੁਛ ਮੰਗ। ਕਹਿਣ ਲੱਗਾ ਪਾਤਸ਼ਾਹ ਆਪ ਜੀ ਦੇ ਦਰਸ਼ਨ ਹੋ ਗਏ, ਇਹਦੇ ਨਾਲੋਂ ਵੱਡੇ ਭਾਗ ਕੀ ਹੋ ਸਕਦੇ ਆ? ਆਖਰੀ ਸਮੇਂ ਉੱਤੇ ਤੁਹਾਡੇ ਦਰਸ਼ਨ ਹੋ ਗਏ ਆ। ਕਹਿਣ ਲੱਗੇ ਬਹੁਤ ਜਾਨਾਂ ਹੂਲ ਕੇ ਤੁਸੀਂ ਦੁਸ਼ਮਣ ਨੂੰ ਭਾਜ ਦਿੱਤੀ ਹੈ, ਹਾਰ ਦਿੱਤੀ ਹੈ, ਕੁਛ ਮੰਗ। ਤੇਰੀ ਤਾਬੇਦਾਰੀ ਦੇ ਵਿੱਚ ਇਹ ਸਾਰੇ ਸਿੰਘਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਹੈ। ਗੁਰਦੇਵ ਜੀ ਦੇ ਚਰਨਾਂ ਵਿੱਚ ਫਿਰ ਨਾ ਕੀਤੀ ਪਾਤਸ਼ਾਹ, ਆਪ ਜੀ ਨੇ ਆ ਕੇ ਕਿਰਪਾ ਕਰਕੇ ਨਿਵਾਜਣਾ ਕੀਤਾ, ਇਸ ਤੋਂ ਵੱਡੀ ਹੋਰ ਮਿਹਰ ਆਪ ਜੀ ਦੀ ਕੀ ਹੋ ਸਕਦੀ ਹੈ? ਸਤਿਗੁਰਾਂ ਨੇ ਜਦੋਂ ਤੀਜੀ ਵਾਰੀ ਫਿਰ ਹੁਕਮ ਕੀਤਾ ਕਿ ਸਵਾਸ ਤੇਰੇ ਆਖਰੀ ਹੈ, ਕੁਛ ਮੰਗ ਲੈ, ਤੇ ਹੱਥ ਜੋੜ ਕੇ ਫਰਕ ਦੇ ਬੁੱਲਾਂ ਦੇ ਨਾਲ ਭਾਈ ਮਹਾਂ ਸਿੰਘ ਨੇ ਇੱਕੋ ਬੇਨਤੀ ਕੀਤੀ, ਪਾਤਸ਼ਾਹ ਉਹ ਜੋ ਕਿਸੇ ਸਮੇਂ ਮਾੜੇ ਅੱਖਰ ਲਿਖ ਕੇ ਦੇ ਆਏ ਸਾਂ ਕਿ ਅਸੀਂ ਤੇਰੇ ਸਿੱਖ ਨਹੀਂ, ਤੁਸੀਂ ਸਾਡੇ ਗੁਰੂ ਨਹੀਂ, ਉਹ ਜਿਹੜਾ ਭੈੜਾ ਵਰਤਾਵਾ ਉਹ ਕਿਰਪਾ ਕਰਕੇ ਪਾੜ ਦਿਓ। ਗੁਰਦੇਵ ਸਤਿਗੁਰੂ ਗਰੀਬ ਨਵਾਜ ਕਹਿਣ ਲੱਗੇ ਭਾਈ ਮਹਾਂ ਸਿੰਘ ਕੋਈ ਮੇਰੇ ਪਾਸ ਅਨੰਦਪੁਰ ਦੀ ਚੀਜ਼ ਹੈ? ਨਾ ਬਾਜ ਹੈ, ਨਾ ਫੌਜਾਂ ਹੈ, ਨਾ ਤਾਜ ਹੈ, ਨਾ ਕਲਗੀ ਹੈ, ਨਾ ਕੋਈ ਧਨ ਪਦਾਰਥ ਹੈ। ਬਸ ਇੱਕ ਤੇਰਾ ਵਿਦਾਵਾ ਸਾਂਭ ਕੇ ਰੱਖਿਆ ਹੋਇਆ। ਮੈਨੂੰ ਆਸ ਸੀ, ਪਤਾ ਸੀ ਕਿ ਜੇ ਕੋ ਡੂਬੈ ਫਿਰ ਹੋਵੇ ਸਾਰ। ਫਿਰ ਭਾਵੇਂ ਭੁੱਖ ਦੇ ਦੁੱਖ ਕਾਰਨ ਬੇਦਾਵਾ ਲਿਖ ਕੇ ਦੇ ਗਏ ਆ, ਪਰ ਅੰਦਰੋਂ ਤੁਹਾਡੀ ਟੁੱਟੀ ਹੋਈ ਜਿਹੜੀ ਹੈ ਉਹ ਟੁੱਟੀ ਨਹੀਂ, ਵਿਛੋੜਾ ਪਿਆ। ਇਹਨਾਂ ਨੇ ਫਿਰ ਕਿਸੇ ਸਮੇਂ ਕੱਢਣੀ ਹੈ ਤੇ ਉਹੀ ਵਿਦਾਵੇ ਦੀ ਮੰਗ ਕਰਨੀ ਹੈ। ਆਹ ਵਿਦਾਵੇ ਦਾ ਕਾਗਜ਼ ਮੈਂ ਕਮਰ ਕੱਸੇ ਵਿੱਚ ਰੱਖਿਆ ਹੋਇਆ। ਸਤਿਗੁਰਾਂ ਨੇ ਖੋਲ੍ਹ ਕੇ ਉਹ ਵਿਦਾਵੇ ਦਾ ਕਾਗਜ਼ ਪਾੜਿਆ, ਹਵਾ ਵਿੱਚ ਉਡਾ ਦਿੱਤਾ ਤੇ ਕਹਿਣ ਲੱਗੇ ਮਹਾਂ ਸਿੰਘ ਜਾਓ ਔਰ ਜਾਏ ਬਸੋ ਨਿਜ ਧਾਮ, ਔਰ ਨਿਜ ਧਾਮ ਵਿੱਚ ਜਾ ਕੇ ਨਿਵਾਸਾ ਕਰਨਾ ਕਰੋ। ਸਦਾ ਹਰਖ ਨਹੀਂ ਤਿਸ ਸੋਗ, ਜਿੱਥੇ ਕਦੀ ਵੀ ਸੋਗ ਕਿਸੇ ਪ੍ਰਕਾਰ ਦੀ ਚਿੰਤਾ ਫਿਕਰ ਨਹੀਂ, ਹਮੇਸ਼ਾ ਆਨੰਦ ਖੇੜਾ ਹੀ ਬਣਿਆ ਰਹੇਗਾ। ਔਰ ਤਿੰਨਾਂ ਦੀ ਯਾਦ ਦੇ ਵਿੱਚ ਸਤਿਗੁਰਾਂ ਨੇ ਜਿੱਥੇ ਸੰਸਕਾਰ ਕੀਤਾ, ਸਤਿਗੁਰਾਂ ਨੇ ਉਹਨਾਂ ਨੂੰ 40 ਮੁਕਤਿਆਂ ਦਾ ਖਿਤਾਬ ਦਿੱਤਾ ਕਿ ਜੋ ਇਸ ਅਸਥਾਨ ਦੇ ਉੱਤੇ ਇਸ਼ਨਾਨ ਕਰੇਗਾ ਉਸ ਨੂੰ ਮੁਕਤੀ ਪ੍ਰਾਪਤ ਹੋਵੇਗੀ। ਔਰ ਇਹ ਮੇਰੇ ਜਿੱਥੇ 5 ਪਿਆਰੇ ਸਨ, ਇਹ ਮੇਰੇ 40 ਮੁਕਤੇ ਆ। ਜਦੋਂ ਅਰਦਾਸ ਗੁਰੂ ਕੇ ਸਿੱਖ ਕਰਿਆ ਕਰਨਗੇ ਤੇ ਨਾ ਵੀ ਤੁਹਾਡਾ ਨਾਮ ਵੀ ਲਿਆ ਜਾਇਆ ਕਰੇਗਾ।
ਅੱਜ ਵੀ ਆਪਾਂ ਪੜ੍ਹਦੇ ਹਾਂ ਅਰਦਾਸ ਦੇ ਵਿੱਚ, ਚੌਹਾਂ ਸਾਹਿਬਜ਼ਾਦਿਆਂ, ਪੰਜਾਂ ਪਿਆਰਿਆਂ, 40 ਮੁਕਤਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਤਾਂ ਤੇ ਅੱਜ ਦੇ ਦਿਨ ਉਹਨਾਂ ਨੇ ਜੋ ਸਿਆਹੀ ਦੇ ਨਾਲ ਅੱਖਰ ਲਿਖ ਕੇ ਦਿੱਤੇ ਸਨ ਸਤਿਗੁਰਾਂ ਨੂੰ, ਮਜਬੂਰੀ ਬਸ ਆਪਣਾ ਖੂਨ ਦੇ ਨਾਲ ਧੋ ਕਰਕੇ ਮੁੜ ਕੇ ਦੁਬਾਰਾ ਗੁਰੂ ਦੇ ਨਾਲ ਆਪਣੀ ਟੁੱਟੀ ਹੋਈ ਨੂੰ ਗੰਢਣਾ ਕੀਤਾ। ਅੱਜ ਆਪਾਂ ਵੀ ਦਿਨ ਹੈ ਕਿ ਜਿਹੜੇ ਅੱਜ ਗੁਰੂ ਦੇ ਨਾਲੋਂ ਵਿਛੜੇ ਹੋਏ ਆ, ਗੁਰੂ ਵਾਲੇ ਨਹੀਂ ਬਣੇ ਜਾਂ ਗੁਰੂ ਨਾਲੋਂ ਕਿਸੇ ਪ੍ਰਕਾਰ ਟੁੱਟ ਗਏ ਆ, ਸਾਨੂੰ ਵੀ ਅੱਜ ਦਾ ਦਿਨ ਯਾਦ ਦਿਵਾਉਂਦਾ ਹੈ ਕਿ ਗੁਰੂ ਸਦਾ ਬਖਸ਼ੰਦ ਹੈ। ਸਾਹਿਬ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ, ਉਹ ਅਬਨਾਸੀ ਪੁਰਖ ਹੈ ਸਭ ਮੈਂ ਰਹਿ ਸਮਾਏ। ਬੜਾ ਦਿਆਲੂ ਹੈ, ਬੜਾ ਕਿਰਪਾਲੂ ਹੈ। ਉਹ ਹਮੇਸ਼ਾ ਸਭ ਕੁਝ ਕੁਰਬਾਨ ਕਰ ਦਿੰਦਾ ਹੈ, ਪਰ ਆਪਣੇ ਗੁਰੂ ਕੇ ਸਿੱਖ ਨੂੰ ਕਦੇ ਨਹੀਂ ਭੁਲਾਉਂਦਾ। ਜਿਵੇਂ ਲਿਖਿਆ ਹੋਇਆ ਵਿਦਾਵਾ ਜਿਹੜਾ ਕਿੰਨੀਆਂ ਜੰਗਾਂ ਲੜੀਆਂ, ਕਿੰਨੇ ਘਮਸਾਨ ਵਿੱਚ ਰਹੇ ਔਰ 4 ਸਾਹਿਬਜ਼ਾਦੇ ਸ਼ਹੀਦ ਹੋ ਗਏ। ਕੋਈ ਅਨੰਦਪੁਰ ਦੀ ਵਸਤੂ ਨਹੀਂ, ਪਰ ਉਹਨਾਂ ਦੇ ਲਿਖੇ ਹੋਏ ਅੱਖਰ ਜਿਹੜੇ ਸਨ ਉਹ ਸਤਿਗੁਰਾਂ ਨੇ ਕਮਰ ਕੱਸੇ ਵਿੱਚ ਬੰਨ੍ਹ ਕੇ ਰੱਖੇ ਹੋਏ ਸਨ ਕਿ ਗੁਰੂ ਕੇ ਸਿੱਖ ਜਦੋਂ ਮੇਰੇ ਪਾਸੋਂ ਆਪਣੀ ਅਮਾਨਤ ਮੰਗਣਗੇ ਤੇ ਉਹਨਾਂ ਦੀ ਅਮਾਨਤ ਇਹ ਵਾਪਸ ਮੋੜ ਕੇ ਸਦਾ ਲਈ ਆਪਣੇ ਚਰਨਾਂ ਦੇ ਨਾਲ ਉਹਨਾਂ ਨੂੰ ਜੋੜ ਲਵਾਂਗਾ, ਕਿਉਂਕਿ ਭੁੱਲਣ ਅੰਦਰ ਸਭ ਕੋ ਉਹ ਭੁੱਲ ਗੁਰੂ ਕਰਤਾਰ। ਹਰ ਮਨੁੱਖ ਭੁੱਲ ਕਰ ਸਕਦਾ, ਪਰ ਗੁਰੂ ਜਿਹੜਾ ਸਦਾ ਬਖਸ਼ੰਦ ਹੈ। ਸੋ ਇਸ ਕਰਕੇ ਆਪਾਂ ਵੀ ਆਪਣੀ ਭੁੱਲ ਬਖਸ਼ਾ ਕਰਕੇ ਗੁਰੂ ਚਰਨਾਂ ਦੇ ਨਾਲ ਮੁੜ ਦੁਬਾਰਾ ਜੁੜਨ ਦਾ ਯਤਨ ਕਰੀਏ। ਸੋ ਇਹ ਬਹੁਤ ਵੱਡਾ ਮਹਾਨ ਦਿਨ ਹੈ। ਭਾਵੇਂ ਇਹ ਮਾਰਚ ਵਿੱਚ ਲੜਾਈ ਹੋਈ ਸੀ, ਉਸ ਸਮੇਂ ਕਿਉਂਕਿ ਰੇਗਿਸਤਾਨ ਸੀ ਉਹ ਇਲਾਕਾ, ਸਰਬ ਸੰਗਤੀ ਦੇ ਨਾਲ ਇਹ ਮਾਘੀ ਦਾ ਦਿਹਾੜਾ ਉਹਨਾਂ 40 ਮੁਕਤਿਆਂ ਦੀ ਯਾਦ ਵਿੱਚ ਅੱਜ ਤੱਕ ਮਨਾਇਆ ਜਾਂਦਾ। ਜੇ ਜਦ ਤੱਕ ਸੰਸਾਰ ਰਹਿਣਾ ਹੈ ਤਦੋਂ ਤੱਕ ਉਹਨਾਂ ਮਰਜੀ ਉਬੜਿਆਂ ਦੀ ਯਾਦ ਹਮੇਸ਼ਾ ਔਰ ਮਨਾਈ ਜਾਵੇਗੀ, ਹਮੇਸ਼ਾ ਮਨਾਇਆ ਉਹਨਾਂ ਦੀਆਂ ਯਾਦਾਂ ਮਨਾਈਆਂ ਜਾਣਗੀਆਂ। ਸੋ ਇਹ ਕਾਹਦੀ ਬਰਕਤ ਹੈ, ਜਿਨ੍ਹਾਂ ਨੇ ਗੁਰੂ ਦੇ ਨਾਲੋਂ ਭਾਵੇਂ ਟੁੱਟ ਗਏ, ਮੁੜ ਕੇ ਭੁੱਲ ਨੂੰ ਸਵੀਕਾਰ ਕਰਕੇ ਗੁਰੂ ਦੇ ਚਰਨਾਂ ਵਿੱਚੋਂ ਮਾਫੀ ਮੰਗ ਕੇ ਗੁਰੂ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕੀਤੀਆਂ ਔਰ ਗੁਰੂ ਦੇ ਨਾਲ ਜੋ ਤੋੜ ਲਈ ਸੀ ਮੁੜ ਕੇ ਦੁਬਾਰਾ ਫਿਰ ਸਤਿਗੁਰਾਂ ਦੇ ਚਰਨਾਂ ਦੇ ਨਾਲ ਗੰਢ ਕਰਕੇ ਆਪਣੇ ਲੋਕ ਸੁਖੀ ਪਰਲੋਕ ਸੁਹੇਲੇ ਕਰਨਾ ਕੀਤੇ। ਜਿੱਥੇ ਆਪਾਂ ਨੇ ਸੰਖੇਪ ਜਿਹਾ ਅਲਬੁੱਧੀ ਦੇ ਨਾਲ ਅੱਜ ਦਾ ਇਤਿਹਾਸ ਵਾਚਿਆ, ਉੱਥੇ ਮਾਘ ਦੇ ਮਹੀਨੇ ਵਿੱਚ ਜੋ ਸਤਿਗੁਰਾਂ ਨੇ ਉਪਦੇਸ਼ ਪ੍ਰਦਾਨ ਕੀਤਾ ਉਸ ਨੂੰ ਵੀ ਆਪਾਂ ਵਾਚਣ ਦਾ ਯਤਨ ਕਰੀਏ, ਜਿਸ ਦੀਆਂ ਆਰੰਭ ਦੀਆਂ ਪੰਕਤੀਆਂ ਹਨ। ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰਦਾਨ। ਮਾਘ ਦੇ ਮਹੀਨੇ ਨੂੰ ਸਨਾਤਨ ਮਤ ਦੇ ਵਿੱਚ ਬਹੁਤ ਵੱਡੀ ਮਹਾਨਤਾ ਦਿੱਤੀ ਗਈ ਹੈ ਔਰ ਇਹ ਇੱਕ ਪ੍ਰਥਾ ਚੱਲੀ ਆਉਂਦੀ ਸੀ, ਕਿਉਂਕਿ ਜੋ ਠੰਡ ਦੇ ਦਿਨ ਬਤੀਲ ਹੋ ਜਾਂਦੇ ਆ, ਮੌਸਮ ਖੁੱਲ੍ਹ ਜਾਂਦਾ, ਲੋਕ ਬਹੁਤਾ ਕੱਪੜਾ ਲੈਣ ਦੀ ਲੋੜ ਨਹੀਂ ਪੈਂਦੀ, ਬਸੰਤ ਰੁੱਤ ਆ ਜਾਂਦੀ ਹੈ। ਇਸ ਸਮੇਂ ਤੀਰਥ ਇਸ਼ਨਾਨ ਕਰਨ ਵਾਸਤੇ ਲੋਕ ਚਲੇ ਜਾਂਦੇ ਸਨ ਔਰ ਮਹੀਨਾ ਭਰ ਤੀਰਥਾਂ 'ਤੇ ਇਸ਼ਨਾਨ ਕਰਨਾ ਔਰ ਫਿਰ ਇਹ ਧਾਰਨਾ ਬਣਾ ਲੈਣੀ ਜੋ ਸਾਲ ਭਰ ਦੇ ਵਿੱਚ ਅਸੀਂ ਪਾਪ ਕਰਮ ਕੀਤੇ ਆ ਉਹ ਸਾਡੇ ਸਾਰੇ ਉਤਰ ਗਏ ਆ। ਪਰ ਗੁਰਮਤਿ ਨੇ ਇਸ ਗੱਲ ਨੂੰ ਅਪ੍ਰਵਾਨ ਕੀਤਾ, ਪ੍ਰਵਾਨ ਨਹੀਂ ਕੀਤਾ, ਅਪ੍ਰਵਾਨ ਕੀਤਾ। ਸਤਿਗੁਰੂ ਗਰੀਬ ਨਿਵਾਜ ਜੀ ਨੇ ਫਰਮਾਨ ਕੀਤਾ, ਕਹਿੰਦੇ ਪਾਪ ਕਰੇ ਪੰਚਾਂ ਕੇ ਵਸਰੇ, ਔਰ ਕਹਿੰਦੇ ਪੰਜਾਂ ਦੇ ਵਸ ਵਿੱਚ ਪੈ ਕੇ ਮਨੁੱਖ ਪਾਪ ਕਰਮ ਕਰਦਾ। ਤੀਰਥ ਨਹਾਏ ਕਹੇ ਸਭ ਉਤਰੇ, ਤੀਰਥਾਂ ਉੱਤੇ ਜਾ ਕੇ ਨਹਾ ਲੈਂਦਾ, ਇਸ਼ਨਾਨ ਕਰ ਲੈਂਦਾ ਅਤੇ ਮਨ ਵਿੱਚ ਇਹ ਵਿਚਾਰ ਬਣਾ ਲੈਂਦਾ ਕਿ ਸਾਰੇ ਕੀਤੇ ਹੋਏ ਪਾਪ ਜਿਹੜੇ ਉਤਰ ਗਏ ਆ। ਕਹਿੰਦੇ ਬਹੁਰ ਕਮਾਵੈ ਹੋਏ ਨਿਸੰਗ, ਨਿਸ਼ੰਗ ਹੋ ਕੇ ਫਿਰ ਮੁੜ ਕੇ ਉਹੀ ਮਾੜੇ ਕਰਮ ਕਰਦਾ। ਪਰ ਕਹਿੰਦੇ ਯਾਦ ਰੱਖ, ਤੀਰਥ ਉੱਤੇ ਇਸ਼ਨਾਨ ਕਰਨ ਦੇ ਨਾਲ ਪਾਪ ਨਹੀਂ ਖਤਮ ਹੁੰਦੇ। ਕਹਿੰਦੇ ਜਮਪੁਰਖ ਬਾਂਧ ਖਰੇ ਕਾਲੰਕ, ਉਹ ਕਲੰਕੀ ਲੋਕ ਜਿਹੜੇ ਆ ਜਮਦੂਤ ਉਹਨਾਂ ਨੂੰ ਬੰਨ੍ਹ ਕੇ ਪਰਲੋਕ ਦੇ ਵਿੱਚ ਅਨੇਕ ਪ੍ਰਕਾਰ ਦੀਆਂ ਸਜ਼ਾਵਾਂ ਦਿੰਦੇ ਆ।
ਨਾਲ ਸਤਿਗੁਰਾਂ ਨੇ ਇਹ ਵੀ ਸਿਧਾਂਤ ਦਿੱਤਾ, ਇੱਕ ਸਾਡਾ ਤਨ ਹੈ, ਇੱਕ ਸਾਡਾ ਮਨ ਹੈ। ਜਾਂ ਤਨ ਜਿਹੜਾ ਇਹਨੂੰ ਪਾਣੀ ਦੇ ਨਾਲ ਧੋ ਕੇ ਸਵੱਛ ਕੀਤਾ ਜਾ ਸਕਦਾ, ਪਰ ਤਨ ਨੂੰ ਧੋਣ ਦੇ ਨਾਲ ਮਨ ਨਹੀਂ ਧੋਤਾ ਜਾਂਦਾ। ਸਤਿਗੁਰਾਂ ਨੇ ਬਾਣੀ ਅੰਦਰ ਫਰਮਾਨ ਕੀਤਾ, ਕਹਿੰਦੇ ਮਨ ਮੈਲੇ ਸਭ ਕੁਛ ਮੈਲਾ। ਜੇ ਮਨੁੱਖ ਦਾ ਮਨ ਮੈਲਾ, ਉਹਦਾ ਆਚਾਰ ਵੀ ਮੈਲਾ, ਉਹਦਾ ਵਿਵਹਾਰ ਵੀ ਮੈਲਾ, ਉਹਦਾ ਕਿਰਦਾਰ ਵੀ ਮੈਲਾ। ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ। ਜੇ ਤੀਰਥਾਂ ਉੱਤੇ ਜਾ ਕੇ ਤਨ ਨੂੰ ਧੋ ਵੀ ਲਵੇ, ਇਸ਼ਨਾਨ ਕਰਵਾ ਲਵੇ, ਤਨ ਧੋਤੇ ਮਨ ਹੱਛਾ ਨਾ ਹੋਏ ਸੀ। ਹੱਛੇ ਦਾ ਪਾਪ ਮਨ ਜਿਹੜਾ ਪਵਿੱਤਰ ਨਹੀਂ ਹੁੰਦਾ। ਅਤੇ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਇੱਕ ਬਾਬਾ ਕਬੀਰ ਜੀ ਦਾ ਹੀ ਫਰਮਾਨ ਆਉਂਦਾ। ਬਾਬਾ ਕਬੀਰ ਜੀ ਦੇ ਕੋਲ ਕੁਛ ਸਤਸੰਗੀ ਆਏ, ਕਹਿਣ ਲੱਗੇ ਮਹਾਰਾਜ ਕੁੰਭ ਦਾ ਮੇਲਾ ਸਾਨੂੰ ਆਗਿਆ ਦਿਓ, ਅਸੀਂ ਤੀਰਥਾਂ ਉੱਤੇ ਜਾ ਕੇ, ਹਰਿਦੁਆਰ ਉੱਤੇ ਜਾ ਕੇ, ਨਾਸਕ ਉੱਤੇ ਜਾ ਕੇ ਇਸ਼ਨਾਨ ਕਰ ਆਈਏ। ਬਾਬਾ ਕਬੀਰ ਜੀ ਕਹਿਣ ਲੱਗੇ ਬਹੁਤ ਚੰਗੀ ਗੱਲ ਹੈ, ਚੰਗੀ ਗੱਲ ਹੈ, ਇਸ਼ਨਾਨ ਕਰਨਾ ਕੋਈ ਮਾੜੀ ਗੱਲ ਨਹੀਂ। ਕਹਿਣ ਲੱਗੇ ਖੁਸ਼ੀ ਨਾਲ ਆਗਿਆ ਦਿੰਦੇ ਹੋ? ਕਹਿੰਦੇ ਖੁਸ਼ੀ ਨਾਲ ਆਗਿਆ ਦਿੰਨਾ, ਪਰ ਨਾਲ ਆ ਇੱਕ ਮੇਰੇ ਪਾਸ ਕੌੜੀ ਤੁੰਬੀ ਆ, ਇਹਨੂੰ ਵੀ ਲੈ ਜਾਓ ਨਾਲ। ਇਸ਼ਨਾਨ ਇਹਨੂੰ ਵੀ ਇੱਕ ਵਾਰੀ ਨਹੀਂ, ਤੁਸੀਂ ਇੱਕ ਵਾਰੀ ਕਰਨਾ ਹੈ, ਇਹਨੂੰ 2-2 3-3 ਵਾਰੀ ਪਾਣੀ ਵਿੱਚ ਡੁੱਬ ਕੇ ਦੇਣੀ ਹੈ। ਕਹਿਣ ਲੱਗੇ ਫਿਰ ਮਹਾਰਾਜ ਕੀ ਕਰਨਾ? ਕਹਿੰਦੇ ਜਦੋਂ ਤੁਸੀਂ ਵਾਪਸ ਲਿਆਓਗੇ, ਇਹਨੂੰ ਆਪਾਂ ਰਿੰਨਾਂਗੇ, ਇਹਨੂੰ ਆਪਾਂ ਸਬਜ਼ੀ ਬਣਾਵਾਂਗੇ, ਇਹਨੂੰ ਖਾਵਾਂਗੇ। ਕਹਿਣ ਲੱਗੇ ਮਹਾਰਾਜ ਇਹ ਤਾਂ ਕੌੜੀ ਹੋਵੇਗੀ। ਕਹਿਣ ਲੱਗੇ ਇੰਨੇ ਤੀਰਥਾਂ ਦਾ ਇਸਨੇ ਇਸ਼ਨਾਨ ਕਰਨਾ, ਤੁਸੀਂ ਤਾਂ ਇੱਕ ਵਾਰੀ ਕਰਨਾ ਹੈ, ਇਹ 3-3 4-4 ਵਾਰੀ ਕਰੇਗੀ, ਕਿ ਇਹਦਾ ਕੁੜੱਤਣ ਨਹੀਂ ਜਾਏਗਾ? ਤੇ ਕਹਿਣ ਲੱਗੇ ਮਹਾਰਾਜ ਕੁੜੱਤਣ ਨਹੀਂ ਜਾਣਾ ਇਹਦਾ। ਤੇ ਕਹਿੰਦੇ ਜੇ ਇਹ ਤੁੰਬੀ ਦਾ ਕੁੜੱਤਣ ਨਹੀਂ ਜਾਂਦਾ, ਤੇ ਉਹ ਤੁਹਾਡੇ ਅੰਦਰ ਦੀ ਜਿਹੜੀ ਕੁੜੱਤਣ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ, ਉਹ ਕਿਵੇਂ ਦੂਰ ਹੋਵੇਗੀ? ਬਾਬਾ ਜੀ ਦਾ ਸਮਝਾਉਣ ਦਾ ਢੰਗ ਤਾਂ ਤੇ ਬਾਣੀ ਅੰਦਰ ਪੰਕਤੀਆਂ ਲਿਖੀਆਂ, ਕਹਿੰਦੇ ਲੌਕੀ 68 ਤੀਰਥ ਨਹਾਈ। ਲੌਕੀ ਦਾ ਭਾਵ ਤੁੰਬੀ। ਲੌਕੀ 68 ਤੀਰਥ ਨਹਾਈ, ਕੌਰਾ ਪੰਨ ਤਊ ਨਾ ਜਾਏ। ਜੇ ਇੱਕ ਤੁੰਮੇ ਦੀ ਕੁੜੱਤਣ ਨਹੀਂ ਜਾਂਦੀ ਔਰ ਕੌੜੇ ਤੁੰਬੇ ਦਾ ਅੰਦਰੋਂ ਕੌੜਾਪਨ ਨਹੀਂ ਜਾਂਦਾ, ਤੇ ਮਨੁੱਖ ਦੇ ਸੁਭਾਅ ਵਿੱਚ ਕਿਵੇਂ ਤਬਦੀਲੀ ਆ ਸਕਦੀ ਹੈ? ਕ੍ਰੋਧ ਵਿੱਚ ਕੌੜਾ ਬੋਲੇਗਾ, ਔਰ ਇਸੇ ਪ੍ਰਕਾਰ ਲੋਭ ਵਿੱਚ ਅਨੇਕ ਲੋਕਾਂ ਨੂੰ ਧੋਖਾ ਦੇਵੇਗਾ, ਕਾਮ ਕਰਕੇ ਮਾੜੇ ਕਰਮ ਕਰੇਗਾ, ਔਰ ਹੰਕਾਰ ਕਰਕੇ ਭੈੜੇ ਬਚਨ ਬੋਲੇਗਾ। ਤਾਂ ਤੇ ਇਸੇ ਪ੍ਰਕਾਰ ਕਹਿੰਦੇ ਜੇ ਤੁੰਬੇ ਦੀ ਕੁੜੱਤਣ ਨਹੀਂ ਜਾਂਦੇ, ਤੇ ਮਨੁੱਖ ਦੇ ਅੰਦਰ ਜੋ ਇਹ ਵਿਸ਼ੇ ਵਿਕਾਰਾਂ ਦੀ ਕੁੜੱਤਣ ਭੜੀ ਹੋਈ ਹੈ, ਉਹ ਕਿਵੇਂ ਦੂਰ ਹੋ ਸਕਦੀ ਹੈ? ਤਾਂ ਤੇ ਸਤਿਗੁਰਾਂ ਨੇ ਸਾਨੂੰ ਢੰਗ ਤਰੀਕਾ ਦੱਸਿਆ। ਜੇ ਕਿਸੇ ਨੇ ਤਨ ਨੂੰ ਧੋਣਾ ਹੈ, ਉਹ ਪਾਣੀ ਦੇ ਨਾਲ ਧੋਵੇ। ਜੇ ਕਿਸੇ ਨੇ ਮਨ ਨੂੰ ਧੋਣਾ ਹੈ, ਉਹ ਗੁਰੂ ਦੇ ਨਾਮ ਦੇ ਨਾਲ ਧੋਵੇ। ਸਤਿਗੁਰਾਂ ਨੇ ਬਾਣੀ ਅੰਦਰ ਫਰਮਾਨ ਕੀਤਾ, ਕਹਿੰਦੇ ਮਨ ਧੋਵੋ। ਜੇ ਕਿਸੇ ਨੇ ਆਪਣੇ ਮਨ ਨੂੰ ਪਵਿੱਤਰ ਕਰਨਾ ਹੈ, ਧੋਣਾ ਹੈ, ਸਵੱਛ ਕਰਨਾ ਹੈ, ਤੇ ਕਿਵੇਂ ਧੋਵੋ? ਮਨ ਧੋਵੋ, ਸ਼ਬਦ ਲਾਗੋ, ਹਰਿ ਸਿਉ ਰਹੋ ਚਿਤ ਲਾਏ। ਕਹੈ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾ, ਇਹ ਸਹਿਸਾ ਇਹ ਬਜਾਏ। ਰੋਜ਼ ਆਪਾਂ ਜਪਜੀ ਸਾਹਿਬ ਵਿੱਚ ਪੜ੍ਹਦੇ ਹਾਂ, ਸਤਿਗੁਰਾਂ ਨੇ ਬਾਹਰਲੀਆਂ ਉਦਾਹਰਨਾਂ ਦਿੱਤੀਆਂ। ਕਹਿੰਦੇ ਭਰੀਏ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉਤਰ ਸਖੇ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਆ ਉਹ ਧੋਏ। ਰੋਜ਼ ਆਪਾਂ ਇਹ ਕੰਮ ਕਰਦੇ ਹਾਂ। ਪਰ ਜੇ ਆਖੋ ਕਿ ਸਾਬਣ ਦੇ ਨਾਲ ਜਾਂ ਸੋਡੇ ਨਾਲ ਜਾਂ ਕੈਮੀਕਲ ਦੇ ਨਾਲ ਜਾਂ ਤੀਰਥਾਂ ਦੇ ਇਸ਼ਨਾਨ ਕਰਨ ਦੇ ਨਾਲ ਮਨ ਧੋਤਾ ਜਾਵੇ, ਕਦਾਚਿਤ ਨਹੀਂ ਧੋਤਾ ਜਾਣਾ। ਕਹਿੰਦੇ ਇਸੇ ਪ੍ਰਕਾਰ ਭਰੀਆ ਮਤ ਪਾਪਾਂ ਕੈ ਸੰਗ। ਮਤ ਜਿਹੜੀ ਤੀ ਪਾਪਾਂ ਦੇ ਨਾਲ ਭਰੀ ਹੋਈ ਆ, ਪਾਣੀ ਵਿੱਚ ਡੁੱਬਕੀਆਂ ਲਾਈ ਜਾਓ, ਨਹੀਂ ਧੋਤੀ ਜਾਣੀ। ਕਿਵੇਂ ਧੋਤੀ ਜਾਣੀ ਆ? ਉਹ ਧੋਪੈ ਨਾਵੈ ਕੈ ਰੰਗ। ਰੰਗ ਦਾ ਭਾਵ ਪਿਆਰ। ਪਿਆਰ ਵਿੱਚ ਭਿੱਜ ਕੇ ਪ੍ਰਮਾਤਮਾ ਦਾ ਨਾਮ ਜਪਣ ਦੇ ਨਾਲ ਆਤਮਾ ਸਵੱਛ ਹੁੰਦੀ ਹੈ। ਆਪਾਂ ਸੁਖਮਨੀ ਸਾਹਿਬ ਦਾ ਫਰਮਾਨ ਪੜ੍ਹਦੇ ਹਾਂ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਪ੍ਰਮਾਤਮਾ ਦਾ ਸਿਮਰਨ ਕਰਨ ਦੇ ਨਾਲ, ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਚਿੰਤਨ ਕਰਨ ਦੇ ਨਾਲ ਮਨ ਦੇ ਉੱਤੇ ਲੱਗੀ ਹੋਈ ਜੋ ਜਨਮਾਂ ਜਨਮਾਂਤਰਾਂ ਦੀ ਮਲੀਨਤਾ ਹੀ ਹੈ, ਜਿਹਦੇ ਪਰਥਾਏ ਸਤਿਗੁਰਾਂ ਨੇ ਫਰਮਾਨ ਕੀਤਾ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੁਆ ਸਿਆਹਾ ਖਨਲੀ ਧੋਤੀ ਉਜਲੀ ਨਾ ਹੋਵੀ, ਜੇ ਸੋ ਧੋਵਣ ਪਾ। ਸਤਿਗੁਰੂ ਕਹਿੰਦੇ ਧੋਤੀ ਜਾਂਦੀ ਹੈ। ਕਿਵੇਂ ਧੋਤੀ ਜਾਂਦੀ ਹੈ?
ਪਰਮਾਤਮਾ ਦਾ ਨਾਮ ਜਪਣ ਦੇ ਨਾਲ ਤੇ ਸਤਸੰਗਤ ਕਰਨ ਦੇ ਨਾਲ, ਜਿਵੇਂ ਸਤਿਗੁਰਾਂ ਨੇ ਫਰਮਾਨ ਕੀਤਾ, ਮਾਘ ਮੱਜਨ ਸੰਗ ਸਾਧੂਆ। ਦੋ ਪ੍ਰਕਾਰ ਦਾ, ਇੱਕ ਹੁੰਦਾ ਇਸ਼ਨਾਨ, ਇੱਕ ਹੁੰਦਾ ਮੰਜਨ। ਇਸ਼ਨਾਨ ਰੋਜ਼ ਆਪਾਂ ਕਰਦੇ ਹਾਂ, ਪਰ ਮੱਜਨ ਕਿਹਨੂੰ ਕਹਿੰਦੇ ਆ? ਜਿਵੇਂ ਆਪਾਂ ਹਰਿਮੰਦਰ ਸਾਹਿਬ ਜਾਂਦੇ ਆ, ਸਰੋਵਰ ਵਿੱਚ, ਉੱਥੇ ਕੋਈ ਮਲ ਕੇ ਇਸ਼ਨਾਨ ਨਹੀਂ ਕਰ ਸਕਦਾ। ਆਪਾਂ ਵਿੱਚ ਵੜ ਕੇ ਚੰਗੀ ਤਰ੍ਹਾਂ ਪਿੰਡੇ ਨੂੰ ਸਾਬਣ ਲਾ ਕੇ ਧੋਣਾ ਚਾਹੀਏ, ਸੇਵਾਦਾਰ ਰੋਕ ਦਿੰਦੇ ਆ। ਉੱਥੇ ਕੇਵਲ ਡੁਬਕੀ ਲਾਈ ਜਾਂਦੀ ਆ। ਜਿਹੜਾ ਡੁਬਕੀ ਲਾ ਕੇ ਇਸ਼ਨਾਨ ਕੀਤਾ ਜਾਂਦਾ ਉਹਨੂੰ ਮੱਜਨ ਕਿਹਾ ਜਾਂਦਾ। ਸਤਿਗੁਰੂ ਕਹਿੰਦੇ, ਮਾਘ ਮੰਜਨ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ। ਜੇ ਆਪਣੀ ਆਤਮਾ ਨੂੰ ਪਵਿੱਤਰ ਕਰਨਾ ਹੈ ਤੇ ਸੰਗਤ ਵਿੱਚ ਜਾ। ਔਰ ਸੰਗਤ ਵਿੱਚ ਜਾਣ ਦਾ ਤਰੀਕਾ ਦੱਸਿਆ ਕਿ ਸਾਰਿਆਂ ਦੀ ਚਰਨ ਧੂੜ ਬਣ ਕੇ ਜਾ, ਤਾਂ ਤੈਨੂੰ ਲਾਭ ਪ੍ਰਾਪਤ ਹੋਵੇਗਾ। ਜੇ ਮਨ ਵਿੱਚ ਪਹਿਲਾਂ ਇਹ ਹੰਕਾਰ ਬਣਿਆ ਹੋਇਆ ਕਿ ਮੈਨੂੰ ਸਭ ਕੁਝ ਆਉਂਦਾ, ਰੋਜ਼ ਗੁਰੂ ਮਹਾਰਾਜ ਉਹੀ ਉਪਦੇਸ਼ ਦੇਣਾ, ਸੰਗਤ ਵਿੱਚ ਜਾ ਕੇ ਕੀ ਕਰਨਾ? ਸਤਿਗੁਰੂ ਕਹਿੰਦੇ, ਜੇ ਇਸ ਪ੍ਰਕਾਰ ਦੀ ਮਨ ਵਿੱਚ ਬਿਰਤੀ ਲੈ ਕੇ ਗਿਆ, ਫਿਰ ਤੇਰੇ ਪੱਲੇ ਕੁਛ ਨਹੀਂ ਪੈਣਾ। ਕਿਹੋ ਜਿਹੀ ਬਿਰਤੀ ਬਣਾਉਣੀ ਹੈ? ਕਬੀਰ ਸਭ ਤੇ ਹਮ ਬੁਰੇ, ਹਮ ਤਜ ਭੁਲੋ ਸਭ ਕੋਏ, ਜਿਨ ਐਸਾ ਕਰ ਮਾਨਿਆ ਮੀਤ ਹਮਾਰਾ ਸੋਏ। ਸਾਰਿਆਂ ਦੀ ਚਰਨ ਧੂੜ ਬਣ ਕੇ ਸਤ ਸੰਗਤ ਵਿੱਚ ਜਾ। ਜਦੋਂ ਤੂੰ ਸੰਗਤ ਵਿੱਚ ਜਾਏਗਾ ਤੇ ਗੁਰੂ ਦਾ ਵਚਨ ਹੈ, ਮਿਲ ਸੰਤ ਸਭਾ ਮਨ ਮਾਂਜੀਐ ਭਾਈ। ਜਿਵੇਂ ਨਾਮ ਜਪਣ ਦੇ ਨਾਲ ਮਨ ਪਵਿੱਤਰ ਹੁੰਦਾ, ਮਨ ਮਾਂਜਿਆ ਜਾਂਦਾ, ਮਨ ਸਵੱਛ ਹੋ ਜਾਂਦਾ, ਇਸੇ ਪ੍ਰਕਾਰ ਸੰਗਤ ਕਰਨ ਦੇ ਨਾਲ ਵੀ ਮਨ ਮਾਂਜਿਆ ਜਾਂਦਾ। ਮਿਲ ਸੰਤ ਸਭਾ ਮਨ ਮਾਂਜੀਐ ਭਾਈ। ਜਦੋਂ ਮਨ ਪਵਿੱਤਰ ਹੋ ਜਾਂਦਾ, ਫਿਰ ਕੀ ਖੇਡ ਵਰਤਦੀ ਹੈ? ਹਰ ਕਾ ਨਾਮ ਨਿਵਾਸ। ਹਰੀ ਦਾ ਨਾਮ ਹਿਰਦੇ ਵਿੱਚ ਟਿਕ ਜਾਂਦਾ। ਤੇ ਸਤਿਗੁਰੂ ਕਹਿੰਦੇ, ਅਸਲੀ ਜਿਹੜਾ ਇਸ਼ਨਾਨ ਤੀਰਥਾਂ ਉੱਤੇ ਕਰਨ ਦੀ ਬਜਾਏ, ਐ ਜਗਿਆਸੂ, ਜੇ ਤੂੰ ਆਪਣੇ ਮਨ ਨੂੰ ਪਵਿੱਤਰ ਕਰਨਾ ਤੇ ਸੰਗਤ ਵਿੱਚ ਜਾ। ਸੰਗਤ ਵਿੱਚ ਨਿਮਰਤਾ ਧਾਰਨ ਕਰਕੇ ਜਾਣਾ ਕਰ। ਉੱਥੇ ਕਿਵੇਂ ਕਰਨਾ? ਸੰਗਤ ਵਿੱਚ ਬੈਠ ਕੇ ਕਿਹੜੇ ਕਰਮ ਕਰਨੇ ਆ? ਸੰਗਤ ਵਿੱਚੋਂ ਬਾਹਰ ਜਦੋਂ ਆਉਣਾ, ਫਿਰ ਕਿਹੜੇ ਕਰਮ ਕਰਨੇ ਆ? ਅੱਗੇ ਸਤਿਗੁਰਾਂ ਨੇ ਉਹਦਾ ਖੁਲਾਸਾ ਕਰਨਾ ਕੀਤਾ ਜੀ। ਹਰ ਕਾ ਨਾਮ ਧਿਆਏ ਸੁਣ, ਸਭਨਾ ਨੋ ਕਰਦਾਨ। ਸੰਗਤ ਵਿੱਚ ਬੈਠ ਕਰਕੇ ਦੋ ਕਰਮ ਕਰਨੇ ਆ। ਆਪਾਂ ਕਈ ਵਾਰੀ ਸੰਗਤ ਵਿੱਚ ਆ ਜਾਂਦੇ ਆ, ਸਾਨੂੰ ਇਹ ਨਹੀਂ ਪਤਾ ਹੁੰਦਾ ਵੀ ਸੰਗਤ ਵਿੱਚ ਆ ਕੇ ਆਪਾਂ ਕਰਨਾ ਕੀ ਆ। ਸੰਗਤ ਵਿੱਚ ਆ ਕੇ ਆਪਾਂ ਕਈ ਵਾਰੀ ਕਿਸੇ ਦੀ ਨਿੰਦਿਆ ਕਰਨ ਲੱਗ ਜਾਂਦੇ ਆ, ਕਿਸੇ ਦੀ ਚੁਗਲੀ ਕਰਦੇ ਆ, ਜਾਂ ਉਂਝ ਹੀ ਆਪਾਂ ਇੱਕ ਦੂਜੇ ਵੱਲ ਵੇਖਦੇ ਰਹਿੰਦੇ ਆ। ਸਤਿਗੁਰੂ ਕਹਿੰਦੇ, ਨਾ ਕਿਸੇ ਵੱਲ ਵੇਖ। ਜੇ ਵੇਖਣਾ ਹੈ ਤੇ ਆਪਣੇ ਅੰਤਸ਼ਕਰਨ ਨੂੰ ਵੇਖਣਾ ਕਰ, ਔਰ ਆਪਣੇ ਮਨ ਨੂੰ ਪੜ੍ਹਨਾ ਕਰ। ਔਰ ਬਾਬਾ ਫਰੀਦ ਜੀ ਦਾ ਬੜਾ ਸੁੰਦਰ ਫਰਮਾਨ ਹੈ, ਕਹਿੰਦੇ, ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਆਪ ਨੜੇ ਗਿਰੀਦਵਾਨ ਮੈਂ ਸਿਰ ਨੀਮਾ ਕਰ ਦੇਖ। ਆਪਣੇ ਹਿਰਦੇ ਵਿੱਚ ਦੇਖ, ਮੇਰੇ ਹਿਰਦੇ ਵਿੱਚ ਤਾਂ ਨਹੀਂ ਔਗਣ। ਔਰ ਇਸੇ ਪ੍ਰਕਾਰ ਆਪਾਂ ਦੇਖਦੇ ਹਾਂ, ਇੱਕ ਮਹਾਂਪੁਰਖਾਂ ਦੇ ਜੀਵਨ ਦੀ ਗਾਥਾ ਵੀ ਆਉਂਦੀ, ਆਪ ਜੀ ਨੇ ਪੜ੍ਹੀ ਹੋਈ ਹੋਵੇਗੀ। ਭਾਈ ਕਰਤਾਰ ਸਿੰਘ ਜੀ ਰਸੂਲਪੁਰ ਵਾਲੇ ਹੁੰਦੇ ਸਨ, ਔਰ ਧੁੱਗੇ ਪਿੰਡ ਤੋਂ ਇੱਕ ਭਾਈ ਬਲਵੰਤ ਸਿੰਘ ਹੁੰਦੇ ਸਨ। ਨਾਮ ਅਭਿਆਸ ਕਮਾਈ ਸਮਾਗਮ ਚੱਲ ਰਿਹਾ, ਔਰ ਸਿਮਰਨ ਦੇ ਸਮੇਂ ਤੋਂ ਉਪਰੰਤ ਉੱਪਰ ਬਾਬਾ ਜੀ ਕੋਠੇ ਉੱਤੇ ਮੰਜੇ ਉੱਤੇ ਬੈਠੇ ਸਨ, ਹੋਰ ਵੀ ਸਿੰਘ ਬੈਠੇ ਸਨ। ਭਾਈ ਕਰਤਾਰ ਸਿੰਘ ਜੀ ਉਸ ਵੇਲੇ ਜਥੇਦਾਰੀ ਦੀ ਸੇਵਾ ਕਰਦੇ ਸਨ। ਜਾ ਕੇ ਬਾਬਾ ਜੀ ਨੂੰ ਕਹਿਣ ਲੱਗੇ, ਇਹ ਬਲਵੰਤ ਸਿੰਘ ਜਿਹੜਾ, ਇਸ ਨੇ ਸਿਮਰਨ ਨਹੀਂ ਕੀਤਾ। ਤੇ ਬਾਬਾ ਜੀ ਚੁੱਪ ਕਰ ਰਹੇ। ਔਰ ਥੋੜ੍ਹੇ ਸਮੇਂ ਤੋਂ ਬਾਅਦ ਬਾਬਾ ਜੀ ਕਹਿਣ ਲੱਗੇ, ਤੈਨੂੰ ਕਿੱਦਾਂ ਪਤਾ ਜਥੇਦਾਰਾ ਵੀ ਇਸ ਨੇ, ਬਲਵੰਤ ਸਿੰਘ ਨੇ ਸਿਮਰਨ ਨਹੀਂ ਕੀਤਾ? ਕਹਿੰਦੇ, ਮੈਂ ਇਹਦੀ ਵੱਲ ਦੇਖਦਾ ਰਿਹਾ, ਇਹ ਕਦੀ ਕਿਸੇ ਪਾਸੇ ਝਾਕਦਾ ਸੀ, ਕਦੀ ਕਿਸੇ ਪਾਸੇ ਝਾਕਦਾ ਸੀਗਾ, ਤੇ ਫਿਰ ਇਹਦਾ ਸਿਮਰਨ ਵਿੱਚ ਧਿਆਨ ਨਹੀਂ ਸੀ। ਤੇ ਬਾਬਾ ਜੀ ਹੱਸ ਕੇ ਬੋਲੇ, ਕਹਿਣ ਲੱਗੇ, ਕਰਤਾਰ ਸਿੰਘ ਸਿਮਰਨ ਤੂੰ ਵੀ ਨਹੀਂ ਕੀਤਾ? ਕਿਉਂ ਨਹੀਂ ਕੀਤਾ? ਨਹੀਂ ਤਾਂ ਮੈਂ ਤਾਂ ਕਰਦਾ ਸੀ। ਕਹਿਣ ਲੱਗੇ, ਉਹ ਲੋਕਾਂ ਵੱਲ ਦੇਖਦਾ ਸੀ, ਤੂੰ ਉਹਦੀ ਵੱਲ ਦੇਖਦਾ ਸੀ, ਦੋਨੇ ਤੁਸੀਂ ਇਸ ਲਾਹੇ ਤੋਂ ਵਾਂਝੇ ਰਹਿ ਗਏ। ਸੋ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਸਾਨੂੰ ਪ੍ਰੇਰਨਾ ਦਿੰਦੇ ਆ, ਸੰਗਤ ਵਿੱਚ ਆ ਕੇ ਨਾ ਕਿਸੇ ਵੱਲ ਵੇਖਣਾ ਕਿ ਉਹ ਕਿਵੇਂ ਬੈਠਾ, ਕੀ ਕਰਦਾ, ਕਿੱਧਰ ਨੂੰ ਤੱਕਦਾ। ਤੂੰ ਆਪਣੇ ਅੱਖਾਂ ਮੂੰਦ ਕਰਕੇ ਆਪਣੇ ਹਿਰਦੇ ਵਿੱਚ ਧਿਆਨ ਧਰ ਕੇ, ਇਹ ਮਨ ਹਰ ਜੀ ਧਿਆਏ, ਤੂੰ ਇੱਕ ਮਨ ਇੱਕ ਚਿੱਤ ਭਾਈ ਦੀ ਕਾਰ ਕਰ, ਹਰ ਕੇ ਨਾਮ ਨੂੰ ਧਿਆਉਣਾ ਕਰ।
ਔਰ ਸਤਿਗੁਰਾਂ ਨੇ ਹੁਕਮ ਵੀ ਕਰਨਾ ਕੀਤਾ, ਕਹਿੰਦੇ ਉਦਮ ਕਰੇਂਦਿਆਂ ਜਿਉ ਤੂੰ, ਕਮਾਵਦਿਆਂ ਸੁਖ ਭੁੰਚ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਕਹਿੰਦੇ ਸਾਰੀਆਂ ਚਿੰਤਾ ਝੋਰੇ ਤੇਰੇ ਪ੍ਰਮਾਤਮਾ ਦਾ ਨਾਮ ਧਿਆਉਣ ਦੇ ਨਾਲ ਦੂਰ ਹੋ ਜਾਣਗੇ। ਹਰ ਕਾ ਨਾਮ ਧਿਆਏ, ਸੰਗਤ ਵਿੱਚ ਆ ਕੇ ਪ੍ਰਮਾਤਮਾ ਦੇ ਨਾਮ ਦਾ ਜਾਪ ਕਰਨਾ, ਹਰੀ ਪ੍ਰਮਾਤਮਾ ਦੇ ਨਾਮ ਨੂੰ ਧਿਆਉਣਾ। ਦੂਜਾ ਕੰਮ ਕੀ ਕਰਨਾ? ਜੋ ਉੱਥੇ ਕਥਾ ਵਾਰਤਾ ਕੀਰਤਨ ਗੁਰੂ ਕੀ ਬਾਣੀ ਦਾ ਪਾਠ ਹੋ ਰਿਹਾ, ਸੁਣ, ਉਹਨੂੰ ਧਿਆਨ ਦੇ ਨਾਲ ਸੁਣਨਾ। ਔਰ ਸੁਣਾਂਗੇ ਤਾਂ ਜੇ ਧਿਆਨ ਵਿੱਚ ਹੋਵੇਗਾ, ਜੇ ਧਿਆਨ ਹੋਵੇਗਾ ਤਦ ਆਪਾਂ ਸੁਣਾਂਗੇ ਤਦ ਜੇ ਧਿਆਨ ਵਿੱਚ ਹੋਵੇਗਾ। ਤਾਂ ਇਸੇ ਪ੍ਰਕਾਰ ਧਿਆਨ ਦੇ ਨਾਲ ਗੁਰੂ ਦਾ ਉਪਦੇਸ਼, ਗੁਰੂ ਕੀ ਬਾਣੀ ਦਾ ਕੀਰਤਨ ਸੰਗਤ ਵਿੱਚ ਬੈਠ ਕਰਕੇ ਸਰਵਣ ਕਰਨਾ ਹੈ। ਇਹ ਦੋ ਕਰਮ ਸੰਗਤ ਵਿੱਚ ਬੈਠ ਕੇ ਕਰਨੇ ਆ। ਤੀਸਰਾ ਕਰਮ ਕੀ ਕਰਨਾ? ਜਦੋਂ ਆਪਾਂ ਸੰਗਤ ਚੋਂ ਬਾਹਰ ਜਾਣਾ, ਫਿਰ ਘਰ ਨੂੰ ਜਾਣਾ ਹੀ ਆ। ਆਪਾਂ ਸਾਰਿਆਂ ਨੇ ਇੱਥੇ ਤੇ ਬੈਠੇ ਨਹੀਂ ਰਹਿਣਾ, ਪ੍ਰਸ਼ਾਦ ਲੈਣਾ, ਲੰਗਰ ਛਕਣਾ, ਘਰਾਂ ਨੂੰ ਜਾਣਾ। ਤੇ ਘਰ ਨੂੰ ਜਾਣ ਤੋਂ ਉਪਰੰਤ ਆਪਾਂ ਕੀ ਕਰਨਾ? ਸਭਨਾਂ ਨੂੰ ਕਰਦਾਨ। ਫਿਰ ਜੋ ਕੁਛ ਤੂੰ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਸੁਣਿਆ ਉਪਦੇਸ਼, ਮਾਘ ਮਹੀਨੇ ਦਾ ਉਪਦੇਸ਼, ਤੇ ਫਿਰ ਉਸ ਨੂੰ ਦੂਜਿਆਂ ਨੂੰ ਦੱਸਣਾ, ਉਹਦਾ ਦਾਨ ਕਰਨਾ ਹੈ। ਕਿ ਅੱਜ ਗੁਰੂ ਮਹਾਰਾਜ ਜੀ ਨੇ ਹੁਕਮ ਕੀਤਾ ਹੈ ਕਿ ਸੰਗਤ ਕਰਨੀ ਚਾਹੀਦੀ ਹੈ, ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ ਹੈ। ਤੀਰਥਾਂ ਤੇ ਭਰਮਣ ਦੀ ਬਹੁਤੀ ਲੋੜ ਨਹੀਂ। ਤੀਰਥ ਹੀ ਪ੍ਰਮਾਤਮਾ ਦਾ ਨਾਮ ਹੈ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰ ਗਿਆਨ ਸਾਚਾ ਥਾਨ, ਤੀਰਥ ਦਸ ਪੁਰਬ ਸਦਾ ਦਸਾਰਾ, ਹਉ ਨਾਮ ਹਰ ਕਾ ਸਦਾ ਜਾਤੋਂ ਦਿਹੋ ਪ੍ਰਭ ਧਰਣੀ ਧਰਾ। ਬਾਬਾ ਕਬੀਰ ਜੀ ਨੇ ਬੜਾ ਸੁੰਦਰ ਫਰਮਾਨ ਕੀਤਾ। ਇੱਕ ਸਵਾਲ ਪੈਦਾ ਕੀਤਾ, ਕਹਿੰਦੇ ਲੋਕ ਤੀਰਥਾਂ ਉੱਤੇ ਭੱਜਦੇ ਆ, ਪਰ ਮੈਨੂੰ ਇਹ ਗੱਲ ਦੱਸੋ, ਤੀਰਥ ਕਹੋ ਕਬੀਰ ਹਉ ਭਇਆ ਉਦਾਸ, ਤੀਰਥ ਵੱਡਾ ਕਿ ਹਰ ਕਾ ਦਾਸ। ਕਹਿੰਦੇ ਇਹ ਦੱਸੋ ਤੀਰਥ ਵੱਡੇ ਆ ਜਾਂ ਹਰੀ ਦੇ ਦਾਸ ਵੱਡੇ ਆ? ਤੇ ਸਾਨੂੰ ਵੀ ਜਵਾਬ ਦੇਣਾ ਪਏਗਾ। ਤੀਰਥ ਕਿਵੇਂ ਹੋਂਦ ਵਿੱਚ ਆਏ ਆ? ਹੁਣ ਤੀਰਥ ਸਥਾਨ ਬਣਿਆ, ਇੱਥੇ ਮਹਾਂਪੁਰਖਾਂ ਨੇ ਚਰਨ ਪਾਏ ਆ। ਔਰ ਨਿਰਾ ਚਰਨ ਨਹੀਂ ਪਾਏ, ਇੱਥੇ ਪ੍ਰਮਾਤਮਾ ਦੀ ਬੰਦਗੀ ਕੀਤੀ ਆ। ਜਿੱਥੇ ਹਰੀ ਦੇ ਦਾਸ ਨੇ ਬੈਠ ਕਰਕੇ ਪ੍ਰਮਾਤਮਾ ਦੇ ਨਾਮ ਦੀ ਆਰਾਧਨਾ ਕੀਤੀ, ਉਹੋ ਹੀ ਤੀਰਥ ਅਸਥਾਨ ਬਣ ਜਾਂਦਾ। ਜਿੱਥੇ ਸਤਿਗੁਰਾਂ ਦੇ ਚਰਨ ਪਏ ਆ, ਉਹ ਅਸਥਾਨ ਤੀਰਥ ਬਣ ਗਿਆ। ਪਹਿਲਾਂ ਤਾਂ ਤੀਰਥ ਹੈ ਨਹੀਂ ਸੀ। ਜਿੱਥੇ ਆਪਾਂ ਦੇਖਦੇ ਹਰਿਮੰਦਰ ਸਾਹਿਬ ਦੇਖਦੇ ਹਾਂ, ਹਜੂਰ ਸਾਹਿਬ ਦੇਖਦੇ ਹਾਂ, ਪਟਨਾ ਸਾਹਿਬ ਦੇਖਦੇ ਹਾਂ, ਸਰਹੰਦ ਔਰ ਫਤਿਹਗੜ੍ਹ ਸਾਹਿਬ, ਜਿੰਨੇ ਵੀ ਗੁਰੂ ਘਰ ਆ, ਤੀਰਥਾਂ ਦਾ ਰੂਪ ਧਾਰਨ ਕੀਤਾ। ਕਿਵੇਂ ਕੀਤਾ? ਉੱਥੇ ਸਤਿਗੁਰਾਂ ਦੇ ਚਰਨ ਪਏ ਆ, ਜਾਂ ਜਿੱਥੇ ਕਿਸੇ ਮਹਾਂਪੁਰਖ ਨੇ ਪ੍ਰਮਾਤਮਾ ਦੇ ਨਾਮ ਦੀ ਆਰਾਧਨਾ ਕੀਤੀ ਆ। ਤੇ ਇਸ ਕਰਕੇ ਨਾਮ ਸਭ ਤੋਂ ਵੱਡਾ ਹੈ, ਤੀਰਥ ਵੱਡੇ ਨਹੀਂ। ਇਹ ਤਾਂ ਗੰਗਾ ਜਮਨਾ ਸੁਰਸਤੀ ਤੇ ਉਦਮ ਕਰੇ ਧੂਰ ਸਾਧੂ ਕੀ ਤਾਈ, ਕਿਲ ਵਿਖ ਮੈਲ ਭਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਇਹ ਵਿਚਾਰੇ ਤੀਰਥ ਤਾਂ ਸੋ ਮਹਾਂਪੁਰਖ ਜੋ ਪ੍ਰਮਾਤਮਾ ਦੇ ਨਾਮ ਦੀ ਆਰਾਧਨਾ ਕਰਦੇ ਆ, ਇਹ ਲੋਚਾ ਕਰਦੇ ਆ ਕਿ ਕਿਵੇਂ ਉਹ ਸਾਡੇ ਵਿੱਚ ਆ ਕੇ ਚਰਨ ਪਾਉਣ। ਜੋ ਲੋਕਾਂ ਨੇ ਸਾਡੇ ਵਿੱਚ ਸੰਕਲਪ ਕਰਕੇ ਪਾਪ ਕਰਮ ਅਰਪਣ ਕਰਨਾ ਕੀਤੇ ਆ, ਉਹ ਪਾਪ ਕਰਮ ਸਾਡੇ ਵਿੱਚੋਂ ਨਾਸ਼ ਹੋ ਜਾਣ ਤੇ ਸਾਡੀ ਵੀ ਪਵਿੱਤਰਤਾ ਹੋ ਜਾਵੇ। ਤੇ ਸਤਿਗੁਰੂ ਕਹਿੰਦੇ ਇਸ ਕਰਕੇ ਤੀਸਰਾ ਕਰਮ ਕੀ ਕਰਨਾ? ਬਾਕੀ ਸੰਗਤਾਂ ਨੂੰ, ਰਿਸ਼ਤੇਦਾਰਾਂ ਨੂੰ, ਭਰਾਵਾਂ ਨੂੰ, ਮਿੱਤਰਾਂ ਨੂੰ, ਸੱਜਣਾਂ ਨੂੰ ਔਰ ਪੁੱਤਰਾਂ ਨੂੰ, ਜੋ ਵੀ ਮਿੱਤਰ ਦੋਸਤ ਹੈ, ਸਾਰਿਆਂ ਨੂੰ ਗੁਰੂ ਦੇ ਚਰਨਾਂ ਦੇ ਨਾਲ ਜੋੜਨ ਵਾਸਤੇ ਪ੍ਰੇਰਨਾ ਦੇਣੀ ਹੈ। ਸਭਨਾਂ ਨੂੰ ਕਰ ਦਾਨ। ਅਗਲੀ ਪੰਕਤੀ ਵਿੱਚ ਸਤਿਗੁਰੂ ਕੀ ਫਰਮਾਨ ਕਰਦੇ ਆ? ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ। ਸਤਿਗੁਰੂ ਕਹਿੰਦੇ ਜਿਹੜਾ ਜਗਿਆਸੂ 3 ਕਰਮ ਕਰ ਲੈਂਦਾ, 3 ਕਰਮ ਆਪਾਂ ਨੇ ਵਾਚੇ ਆ। ਹਰ ਕਾ ਨਾਮ ਧਿਆਏ ਸੁਣ, ਸਭਨਾਂ ਨੂੰ ਕਰ ਦਾਨ। ਇਹ 3 ਕਰਮ ਕਰਨ ਵਾਲੇ ਦੇ ਜਨਮਾਂ ਜਨਮਾਂਤਰਾਂ ਦੇ ਜੋ ਪਾਪ ਕਰਮ ਹੈ, ਉਹ ਸਾਰੇ ਦੂਰ ਹੋ ਜਾਂਦੇ ਆ। ਮਨ ਦੇ ਵਿੱਚੋਂ ਹੰਕਾਰ ਜੋ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਸਾਡੇ ਹਿਰਦੇ ਵਿੱਚ ਟਿਕਣ ਨਹੀਂ ਦਿੰਦਾ। ਕਿਉਂਕਿ ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੇ ਇਕਠਾਏ। ਜਿੱਥੇ ਹੰਕਾਰ ਹੈ ਉੱਥੇ ਪ੍ਰਮਾਤਮਾ ਦਾ ਨਾਮ ਨਹੀਂ ਟਿਕਦਾ। ਜਿੱਥੇ ਪ੍ਰਮਾਤਮਾ ਦਾ ਨਾਮ ਟਿਕ ਜਾਂਦਾ, ਉੱਥੇ ਹੰਕਾਰ ਖਤਮ ਹੋ ਜਾਂਦਾ। ਤੇ ਹੰਕਾਰ ਨੂੰ ਦੂਰ ਕਰਨ ਵਾਸਤੇ, ਕਿਉਂਕਿ ਹੰਕਾਰ ਕੀ ਆ? ਮੈਂ ਸਭ ਤੋਂ ਵੱਡਾ,
ਦਿਨ ਰਾਤ ਮਨੁੱਖ ਮੈਂ ਕਰਦਾ। ਘਰ ਵੀ ਮੇਰਾ, ਪਰਿਵਾਰ ਵੀ ਮੇਰਾ, ਧਨ ਵੀ ਮੇਰਾ, ਕੋਠੀ ਵੀ ਮੇਰੀ, ਕਾਰ ਵੀ ਮੇਰੀ, ਉੱਚੀ ਪਦਵੀ ਵੀ ਮੇਰੀ। ਸਤਿਗੁਰੂ ਕਹਿੰਦੇ ਮੈਂ ਮੇਰੀ ਨੂੰ ਦੂਰ ਕਰਨ ਵਾਸਤੇ ਤੂੰ ਦਾ ਚਿੰਤਨ ਕਰ। ਜਦੋਂ ਤੂੰ ਦਾ ਚਿੰਤਨ ਕਰੇਗਾ, ਤੂੰ ਕੌਣ ਆ? ਪ੍ਰਮਾਤਮਾ। ਤਾਂ ਤੇ ਸਤਿਗੁਰੂ ਗਰੀਬ ਨਿਵਾਜ ਫਰਮਾਨ ਕਰਦੇ ਬਾਬਾ ਕਬੀਰ ਜੀ, ਕਹਿੰਦੇ ਕਬੀਰ ਤੂੰ ਕਰਤਾ ਤੂੰ ਭਇਆ, ਮੁਝ ਮੈਂ ਰਹਾ ਨਾ ਹੂੰ। ਜਦੋਂ ਤੂੰ ਆ ਗਿਆ ਤੇ ਮੈਂ ਹੂੰ ਜਿਹਨੂੰ ਆਪਾਂ ਮੈਂ ਹਾਂ ਉਹ ਵਿੱਚੋਂ ਨਿਕਲ ਜਾਵੇਗਾ। ਜਦ ਆਪਾ ਪਰਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਸਾਰੇ ਤੇਰਾ ਹੀ ਜ਼ਹੂਰ ਦਿਸੇਗਾ। ਫਿਰ ਤਾਂ ਜੋ ਦਿਸੈ ਸੋ ਤੇਰਾ ਰੂਪ। ਫਿਰ ਤਾਂ ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਗੋਬਿੰਦ ਬਿਨ ਨਹੀਂ ਕੋਈ ਦੀ ਅਵਸਥਾ ਮਿਲ ਜਾਵੇਗੀ। ਕਾਮ ਕ੍ਰੋਧ ਨਾ ਮੋਹੀਐ, ਬਿਨਸੇ ਲੋਭ ਸੁਆਨ। ਫਿਰ ਗੁਰਦੇਵ ਸਤਿਗੁਰ ਕਹਿੰਦੇ ਜਿਹੜੇ ਚਾਰ ਹੋਰ ਮਹਾਬਲੀ ਆ, ਹੰਕਾਰ ਤੋਂ ਬਗੈਰ ਕਾਮ ਆ, ਕ੍ਰੋਧ ਆ, ਲੋਭ ਆ, ਮੋਹ ਆ, ਇਹ ਵੀ ਤੇਰਾ ਖਹਿੜਾ ਛੱਡ ਜਾਣਗੇ। ਔਰ ਲੋਭ ਜਿਹੜਾ ਇਹਨੂੰ ਕੁੱਤੇ ਦੇ ਨਾਲ ਤਸ਼ਬੀਹ ਦੇਣਾ ਕੀਤੀ ਆ। ਸਵਾਨ ਦਾ ਭਾਵ ਕੁੱਤਾ ਹੁੰਦਾ। ਕੁੱਤੇ ਦਾ ਸੁਭਾਅ ਕੀ ਆ? ਆਪਾਂ ਦੇਖਦੇ ਹਾਂ ਜਿੱਥੇ ਉਹਦਾ ਵਫਾਦਾਰੀ ਦਾ ਸੁਭਾਅ ਆ, ਪਰ ਨਾਲ ਇੱਕ ਔਗਣ ਵੀ ਉਹਦੇ ਵਿੱਚ ਬਹੁਤ ਵੱਡਾ। ਜਦੋਂ ਉਹਨੂੰ ਹਲਕ ਚੜ੍ਹ ਜਾਂਦਾ ਫਿਰ ਉਹ ਮਾਲਕ ਨੂੰ ਵੀ ਚੱਕ ਮਾਰਦਾ। ਲੋਭ ਲਹਿਰ ਸਭ ਸਵਾਨ ਹਲਕ ਹੈ, ਹਲਕਿਓ ਸਭੈ ਬਿਗਾਰੇ। ਜਿਹਦੇ ਹਿਰਦੇ ਵਿੱਚ ਲੋਭ ਪ੍ਰਬਲ ਹੋ ਜਾਂਦਾ, ਲੋਭ ਦਾ ਹਲਕਾ ਚੜ੍ਹ ਜਾਂਦਾ, ਫਿਰ ਉਹ ਨਾ ਆਪਣੇ ਨੂੰ ਭਰਾ ਨੂੰ ਬਖਸ਼ਦਾ, ਨਾ ਭੈਣ ਨੂੰ ਬਖਸ਼ਦਾ, ਨਾ ਬਾਪ ਨੂੰ ਬਖਸ਼ਦਾ, ਔਰ ਸਾਰੀ ਜਾਇਦਾਦ ਆਪਣੇ ਨਾਂ ਲਵਾ ਲੈਂਦਾ ਬਲਛਲ ਕਰਕੇ, ਔਰ ਹੋਰ ਅਨੇਕ ਪ੍ਰਕਾਰ ਦੀਆਂ ਉਹ ਕੁਤਾਹੀਆਂ ਕਰਦਾ। ਸਤਿਗੁਰੂ ਗਰੀਬ ਨਿਵਾਜ ਕਹਿੰਦੇ ਹਲਕਿਆ ਕੁੱਤਾ ਜਿਵੇਂ ਉਪਰੇ ਨੂੰ ਵੀ ਵੱਢਦਾ, ਆਪਣੇ ਨੂੰ ਵੀ ਵੱਢਦਾ, ਪਰਾਏ ਨੂੰ ਵੀ ਵੱਢਦਾ। ਇਸ ਪ੍ਰਕਾਰ ਦੀ ਹਾਲਤ ਕਰਨ ਵਾਲਾ ਜੋ ਲੋਭ ਹੈ ਉਹ ਵੀ ਸਦਾ ਵਾਸਤੇ ਖਤਮ ਹੋ ਜਾਵੇਗਾ। ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ। ਜੋ ਸੱਚ ਦੇ ਮਾਰਗ ਦਾ ਪਾਂਧੀ ਬਣ ਜਾਂਦਾ ਹੈ, ਸਾਰਾ ਸੰਸਾਰ ਉਹਦੀ ਸ਼ੋਭਾ ਕਰਦਾ ਹੈ। ਔਰ ਆਪਾਂ ਦੇਖਦੇ ਹਾਂ ਉੱਥੇ ਕੋਈ ਜਾਤ ਦਾ ਫਰਕ ਨਹੀਂ, ਇਹ ਨੀਵੀਂ ਜਾਤ ਦਾ, ਇਹ ਉੱਚੀ ਜਾਤ ਦਾ ਨਹੀਂ। ਉੱਥੇ ਤਾਂ ਫੇਰ ਜੋ ਪ੍ਰਮਾਤਮਾ ਦੇ ਸੱਚ ਮਾਰਗ ਦਾ ਧਾਰਨੀ ਬਣ ਜਾਂਦਾ। ਸਤਿਗੁਰਾਂ ਨੇ ਉਹਨਾਂ ਦੀ ਗਿਣਤੀ ਕੀਤੀ ਆ, ਗੋਬਿੰਦ 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 ਸੰਗ, ਨਾਮ ਦਿਓ ਮੁਖ ਮਨ ਲੀਨਾ, ਆ ਦਾਮ ਕੋ ਛੀਪਰੋ ਹੋਇਓ ਲਾਖੀਣਾ, ਬੁਰਨਾ ਤਰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾਂ ਜੋ ਲਹਰਾ ਭਇਓ ਗੁਣੀ ਗਹੀਰਾ, ਰਵਿਦਾਸ ਢੁਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ, ਸੈਣ ਨਾਈ ਬੁੱਤਕਾਰੀਆ ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ, ਇਹ ਬਿਦ ਸੁਣ ਕੇ ਜਾਟ ਰੋ ਉਠ ਭਗਤੀ ਲਾਗਾ। ਤੇ ਫਲ ਕੀ ਮਿਲਿਆ? ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਕਦੋਂ ਬਾਬਾ ਸੈਣ ਜੀ, ਕਦੋਂ ਬਾਬਾ ਕਬੀਰ ਜੀ, ਕਦੋਂ ਬਾਬਾ ਨਾਮਦੇਵ ਜੀ ਔਰ ਧੰਨਾ ਜੀ ਹੋਏ ਆ, ਉਸ ਵੇਲੇ ਰਾਜੇ ਮਹਾਰਾਜਿਆਂ ਨੂੰ ਕੋਈ ਨਹੀਂ ਜਾਣਦਾ। ਪਰ ਅੱਜ ਆਪਾਂ ਸਾਰੇ ਉਹਨਾਂ ਨੂੰ ਨਮਸਕਾਰਾਂ ਕਰਦੇ ਹਾਂ, ਉਹਨਾਂ ਦੇ ਇੱਕ ਇੱਕ ਵਚਨ ਤੋਂ ਸੇਧ ਲੈਂਦੇ ਹਾਂ। ਜਦ ਤੱਕ ਦੁਨੀਆ ਰਹਿਣੀ ਆ ਤਦੋਂ ਤੱਕ ਉਹਨਾਂ ਦੀ ਸੋਭਾ ਹੁੰਦੀ ਰਹਿਣੀ ਹੈ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ, ਨਾਨਕ ਤਿਨ ਕਾ ਸਦ ਬਲਿਹਾਰੇ, ਜਨ ਹਰ ਰਾਖਿਆ ਉਰਧਾਰਾ। 68 ਤੀਰਥ ਸਗਲ ਪੁੰਨ, ਜੀ ਦਇਆ ਪਰਵਾਨ। ਸਤਿਗੁਰੂ ਗਰੀਬ ਨਿਵਾਜ ਕਹਿੰਦੇ ਆ ਕਿ ਜਿੰਨੇ ਵੀ ਤੀਰਥ ਹੈ ਉਂਝ ਤਾਂ ਇਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ, ਜਿੰਨੇ ਇੱਕ ਇੱਕ ਨਦੀ ਦੇ ਉੱਤੇ ਤੀਰਥ ਹੈ। ਪਰ ਸਨਾਤਨ ਮਤ ਵਿੱਚ 68 ਤੀਰਥਾਂ ਨੂੰ ਪ੍ਰਮੁੱਖਤਾ ਦੇਣਾ ਕੀਤੀ ਹੈ। ਔਰ ਖਿਆਲ ਕੀਤਾ ਜਾਂਦਾ ਹੈ, ਗੁਰਮਤਿ ਦਾ ਇਹ ਸਿਧਾਂਤ ਨਹੀਂ, ਸਨਾਤਨ ਮਤ ਅਨੁਸਾਰ ਕਹਿੰਦੇ ਜੋ 68 ਤੀਰਥਾਂ ਦਾ ਇਸ਼ਨਾਨ ਕਰ ਲੈਂਦਾ ਉਹਨੂੰ ਸਾਰੇ ਹੀ ਤੀਰਥਾਂ ਦਾ ਫਲ ਪ੍ਰਾਪਤ ਹੋ ਜਾਂਦਾ। ਤੇ ਜਾਨੀ ਕੀ ਕਰਦੇ ਆ? ਜੀਵਾਂ ਉੱਤੇ ਦਇਆ ਕਰਦੇ। ਤੁਸੀਂ ਦੇਖਿਆ ਹੋਣਾ ਹੱਥੀਂ ਕਾਸੇ ਔਰ ਹੱਥੀਂ ਫੁੰਮਣ, ਹੱਥਾਂ ਵਿੱਚ ਫੁੰਮਣ ਲਾ ਕੇ ਤੁਰਦੇ ਤਾਂ ਜੋ ਕੋਈ ਜੀਵ ਜਿਹੜਾ ਪੈਰਾਂ ਹੇਠ ਆ ਕੇ ਮਰ ਨਾ ਜਾਵੇ। ਸਤਿਗੁਰੂ ਕਹਿੰਦੇ ਇਹ ਜਿਹੜੀ ਜੀਵਾਂ ਉੱਤੇ ਦਇਆ ਕਰਨੀ ਹੈ ਇਹ ਵੀ ਵਿੱਚੇ ਆ ਜਾਂਦੀ ਹੈ। ਜੋ ਪ੍ਰਮਾਤਮਾ ਦੇ ਨਾਮ ਦੀ ਆਰਾਧਨਾ ਕਰਦਾ, 68 ਤੀਰਥਾਂ ਦਾ ਇਸ਼ਨਾਨ ਵੀ ਉਸ ਨੂੰ ਕਰਨ ਦੀ ਲੋੜ ਨਹੀਂ
ਜੋ ਪ੍ਰਮਾਤਮਾ ਦੇ ਨਾਮ ਦਾ ਅਭਿਆਸੀ ਬਣ ਜਾਂਦਾ ਹੈ, ਪ੍ਰਮਾਤਮਾ ਦੇ ਨਾਮ ਨੂੰ ਧਿਆਉਂਦਾ ਹੈ। ਜਿਸਨੋ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ। ਪਰ ਪ੍ਰਮਾਤਮਾ ਦੇ ਨਾਮ ਜਪਣ ਦੀ ਦਾਤ ਜਿਹਨੂੰ ਪ੍ਰਮਾਤਮਾ ਆਪ ਰਹਿਮਤ ਕਰਕੇ ਬਖਸ਼ਿਸ਼ ਕਰਕੇ ਦਿੰਦਾ ਹੈ, ਉਸ ਨੂੰ ਇਹ ਪ੍ਰਾਪਤ ਹੁੰਦੀ ਹੈ। ਆਪਾਂ ਪੜ੍ਹਦੇ ਹਾਂ, ਨਾਨਕਾ ਜਿਨ ਨਾਮ ਮਿਲਿਆ ਕਰਮ ਹੋਆ ਧੁਰਕ ਦੇ ਸਭ ਉਪਾਈਆਂ ਆਪ ਆਪੇ ਨਦਰ ਕਰੇ। ਜਦੋਂ ਪ੍ਰਮਾਤਮਾ ਬਖਸ਼ਿਸ਼ ਕਰਦਾ, ਅਸੀਂ ਯਤਨ ਕਰਨਾ ਹੈ, ਗੁਰੂ ਦੇ ਕੋਲੋਂ ਮੰਗਣਾ ਹੈ। ਸਾਡਾ ਧਰਮ ਫਰਜ਼ ਬਣਦਾ ਹੈ, ਗੁਰੂ ਦੇ ਚਰਨਾਂ 'ਚ ਅਰਦਾਸ ਕਰਨੀ ਹੈ ਕਿ ਦਾਤਾ ਕਿਰਪਾ ਕਰ ਬਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਇਹੋ ਕਰਤਾ ਤੂੰ ਮੇਰਾ ਜਜਮਾਨ, ਇੱਕ ਦਖਣਾ ਹੋ ਤੈ ਪੈ ਮੰਗੋ ਦੇਹੋ ਆਪਣਾ ਨਾਮ। ਔਰ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੀਆਂ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ। ਮੰਗਣਾ ਸਾਡਾ ਧਰਮ ਫਰਜ਼ ਬਣਦਾ ਹੈ, ਪਰ ਦੇਣਾ ਪ੍ਰਮਾਤਮਾ ਦੇ ਹੱਥ ਹੈ। ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦਈ, ਨਾਨਕ ਨਾਮ ਰਤੇ ਸੁਖ ਪਾਇਆ, ਦਰਗਹਿ ਜਾਪੈ ਸਹੀ। ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ। ਜਿਹਨੂੰ ਪ੍ਰਮਾਤਮਾ ਕਿਰਪਾ ਕਰਕੇ ਆਪਣੇ ਨਾਮ ਦੀ ਦਾਤ ਪ੍ਰਦਾਨ ਕਰ ਦਿੰਦਾ ਹੈ, ਉਹ ਸਾਰਿਆਂ ਨਾਲੋਂ ਸ੍ਰੇਸ਼ਟ ਸਿਆਣਾ ਅਤੇ ਸਭ ਤੋਂ ਵਿਦਵਾਨ ਤੇ ਉੱਚਾ ਹੋ ਜਾਂਦਾ ਹੈ। ਜਿਨਾ ਮਿਲਿਆ ਪ੍ਰਭ ਆਪਣਾ, ਨਾਨਕ ਦਿਨ ਕੁਰਬਾਨ। ਇਸ ਗੁਰੂ ਦੇ ਦੱਸੇ ਹੋਏ ਮਾਰਗ ਉੱਤੇ ਚੱਲ ਕਰਕੇ ਜਿਨ੍ਹਾਂ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ, ਸਤਿਗੁਰੂ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ। ਮੇਰਾ ਉਹਨਾਂ ਤੋਂ ਕੁਰਬਾਨ ਨਹੀਂ ਜਾਂਦਾ ਜੋ ਪ੍ਰਮਾਤਮਾ ਦਾ ਨਾਮ ਜਪਦੇ ਹੈ। ਸਤਿਗੁਰੂ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਣਾ, ਭਾਵੇਂ ਅਜੇ ਪ੍ਰਾਪਤੀ ਨਹੀਂ ਹੋਈ। ਹਉ ਕੁਰਬਾਨੈ ਜਾਓ ਮਿਹਰਬਾਨਾ, ਹਉ ਕੁਰਬਾਨੈ ਜਾਓ, ਹਉ ਕੁਰਬਾਨੈ ਜਾਓ ਤਨਾ ਕਾ, ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਨਾ ਕਾ, ਹਉ ਸਤ ਕੁਰਬਾਨੈ ਜਾਓ। ਸਤਿਗੁਰੂ ਕਹਿੰਦੇ ਨਾਮ ਏਡਾ ਬੜਾ ਮਹਾਨ ਹੈ, ਔਰ ਨਾਮੇ ਕੀ ਕੀਮਤ ਮਿਤ ਕਹੀ ਨਾ ਜਾਏ, ਕਿਉਂਕਿ ਨਾਮ ਤੇ ਨਾਮੀ ਅਭੇਦ ਹੈ। ਔਰ ਨਾਮ ਵਿੱਚ ਤੇ ਨਾਮੀ ਵਿੱਚ, ਪ੍ਰਮਾਤਮਾ ਵਿੱਚ ਭੋਰਾ ਜਿੰਨਾ ਫਰਕ ਨੇ, ਇੱਕ ਰੂਪ ਹਨ। ਸਤਿਗੁਰੂ ਕਹਿੰਦੇ ਜਿਸ ਨੂੰ ਪ੍ਰਮਾਤਮਾ ਕਿਰਪਾ ਕਰਕੇ ਨਾਮ ਦੀ ਦਾਤ ਪ੍ਰਦਾਨ ਕਰ ਦਿੰਦਾ ਹੈ, ਉਹ ਨਾਮ ਨੂੰ ਜਪ ਕਰਕੇ ਜਿਨ੍ਹਾਂ ਨਾ ਵਿਸਰੇ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਿਆਈ ਜਿਹਿਆ। ਆਪਾਂ ਰੋਜ਼ ਪੜ੍ਹਦੇ ਹਾਂ, ਜਿਨ ਹਰ ਜਪਿਆ, ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਜਪਿਆ ਉਹਨਾਂ ਨੂੰ ਫਲ ਕੀ ਮਿਲਿਆ? ਸੇ ਹਰ ਹੋਏ, ਹਰ ਮਿਲਿਆ ਕੇਲ ਕੇ ਲਾਲੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਜੋ ਪ੍ਰਮਾਤਮਾ ਦਾ ਨਾਮ ਜਪਣਗੇ ਉਹ ਹਰੀ ਦੇ ਵਿੱਚ ਹੀ ਸਮਾ ਜਾਂਦੇ, ਹਰੀ ਦਾ ਰੂਪ ਹੀ ਬਣ ਜਾਂਦੇ ਆ। ਸਤਿਗੁਰੂ ਕਹਿੰਦੇ ਜੋ ਹਰੀ ਦਾ ਰੂਪ ਬਣ ਜਾਂਦੇ, ਮੈਂ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਂਦਾ ਹਾਂ। ਮਾਗ ਸੁਚੇ ਸੇ ਕਾਂਡੀਆ ਹੈ, ਜਿਨ ਪੂਰਾ ਗੁਰ ਮਿਹਰਬਾਨ। ਸਤਿਗੁਰੂ ਫਰਮਾਨ ਕਰਦੇ ਆ ਕਿ ਲੋਕ ਤੀਰਥ ਨਹਾ ਕੇ ਕਹਿੰਦੇ ਮੈਂ ਸੁੱਚਾ ਹੋ ਗਿਆ, ਪਰ ਸਤਿਗੁਰਾਂ ਨੇ ਫਰਮਾਨ ਕੀਤਾ ਸੂਚੇ ਇਹ ਨਾ ਆਖੀਐ ਬਹਿਣ ਜੇ ਪਿੰਡਾ ਧੋਏ, ਸੂਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਜਿਨ੍ਹਾਂ ਨੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਵਸ ਜਾਂਦਾ, ਅਸਲੀ ਸੁੱਚੇ ਉਹ ਆ। ਹੁਣ ਆਪਾਂ ਇੱਕ ਉਦਾਹਰਨ ਦੇ ਤੌਰ ਤੇ ਲੈਂਦੇ ਹਾਂ, ਆਪਾਂ ਇਸ਼ਨਾਨ ਕਰ ਲਿਆ, ਸੁੱਚੇ ਹੋ ਗਏ ਆ, ਮੁੜ ਕੇ ਆਪਣਾ ਹੱਥ ਜਿਹੜਾ ਜੀਭ ਨੂੰ ਲੱਗ ਗਿਆ, ਮੁੜ ਕੇ ਹੱਥ ਫਿਰ ਝੂਠਾ ਹੋ ਗਿਆ। ਕੰਨ ਵਿੱਚ ਪਾ ਲਿਆ ਤਾਂ ਵੀ ਝੂਠਾ ਹੋ ਗਿਆ, ਨੱਕ ਵਿੱਚ ਪਾ ਲਿਆ ਤਾਂ ਵੀ ਝੂਠਾ ਹੋ ਗਿਆ, ਕਿਉਂਕਿ ਸਾਰਾ ਕੁਛ ਹੀ ਝੂਠਾ ਹੈ। ਔਰ ਇਸੇ ਪ੍ਰਕਾਰ ਮਾਤਾ ਝੂਠੀ, ਪਿਤਾ ਵੀ ਝੂਠਾ, ਝੂਠੇ ਹੀ ਫਲ ਲਾਗੇ, ਇੱਥੇ ਹੀ ਬਸ ਨਹੀਂ। ਸਤਿਗੁਰੂ ਕਹਿੰਦੇ ਐ ਮਨੁੱਖ ਹੈ ਕੀ ਤੂੰ, ਸੋਚਾ ਕਿਹਨੂੰ ਕਰੇਗਾ। ਇਹ ਤਾਂ ਇਸ ਪ੍ਰਕਾਰ ਦੀ ਗੱਲ ਹੈ ਜਿਵੇਂ ਕੋਈ ਕੱਚੀ ਕੰਧ ਨੂੰ ਧੋਣ ਲੱਗ ਜਾਏ ਕਿ ਇਹਨੂੰ ਧੋ ਕੇ ਮੈਂ ਪਵਿੱਤਰ ਕਰ ਲੈਣਾ, ਜਿਵੇਂ ਜਿਵੇਂ ਧੋਵੇਗਾ ਤਿਵੇਂ ਤੇ ਉਹ ਗਾਰਾ ਬਣਦੀ ਜਾਵੇਗੀ। ਇਸੇ ਪ੍ਰਕਾਰ ਸਤਿਗੁਰੂ ਕਹਿੰਦੇ ਆ ਸਰੀਰ ਵੱਲ ਵੇਖਣਾ ਚਾਹੀਦਾ, ਕਿਹਨੂੰ ਸੁੱਚਾ ਕਰੋਗੇ। ਕਹਿੰਦੇ ਬਿਸ਼ਟਾ ਅਸਤ ਰਕਤ ਪਰੇਟੇ ਚਾਮ। ਬਿਸ਼ਟਾ ਮੈਨੇ ਗੰਦਗੀ, ਅਸਤ ਮੈਨੇ ਹੱਡੀਆਂ, ਬਿਸਤਾ ਅਸਤ ਰਕਤ, ਰਕਤ ਲਹੂ ਨੂੰ ਕਿਹਾ। ਕਹਿੰਦੇ ਸਰੀਰ ਸਾਡਾ ਕੀ ਹੈ? ਬਿਸ਼ਟਾ ਆ, ਹੱਡੀਆਂ ਆ, ਔਰ ਮਿੰਝ ਆ, ਲਹੂ ਹੈ। ਪਰੇਟੇ ਚਾਮ, ਉੱਪਰ ਚੰਮ ਦੀ ਚਾਦਰ ਲਾਈ ਹੋਈ ਆ, ਇਸ ਉੱਪਰਲੇ ਰੱਖਿਓ ਗੁਮਾਨ, ਇਹਦਾ ਹੰਕਾਰ ਕਰਦਾ। ਕਹਿੰਦਾ ਇਹ ਹੰਕਾਰ ਛੱਡ ਕੇ ਪ੍ਰਮਾਤਮਾ ਦੇ ਨਾਮ ਦੀ ਆਰਾਧਨਾ ਕਰ। ਸਤਿਗੁਰੂ ਗਰੀਬ ਨਵਾਜ ਕਹਿੰਦੇ ਅਸਲੀ ਸੁੱਚਾ ਉਹ ਹੈ ਜਿਹਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਵਸ ਜਾਂਦਾ। ਜਿਵੇਂ ਆਪਾਂ ਗੁਰੂ ਨਾਨਕ ਪਾਤਸ਼ਾਹੀ ਦਾ ਫਰਮਾਨਾ ਸਾਈ ਦੀ ਵਾਰ ਦਾ ਹੁਣੇ ਪੜ੍ਹਿਆ, ਸੂਚੇ ਸਹੀ ਨਾਨਕਾ ਜਿਨ ਮਨ ਵਸਿਆ
ਸੋਏ। ਲੋੜ ਹੈ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦੇ ਨਾਮ ਨੂੰ ਵਸਾਉਣ ਦੀ। ਨਾਮ ਵਸਣਾ ਹੈ ਨਾਮ ਜਪਣ ਦੇ ਨਾਲ, ਸੰਗਤ ਕਰਨ ਦੇ ਨਾਲ। ਜਿਉਂ-ਜਿਉਂ ਸੰਗਤ ਕਰਾਂਗਾ, ਜਿਉਂ-ਜਿਉਂ ਉਹ ਵਧਾਈ ਹੈ, ਜਿਉਂ-ਜਿਉਂ ਇਹਦੇ ਵਿੱਚ ਵਾਧਾ ਕਰਾਂਗੇ, ਤਿਉਂ-ਤਿਉਂ ਹਿਰਦੇ ਵਿੱਚ ਨਾਮ ਟਿਕੇਗਾ। ਕਿਉਂਕਿ ਤਿਨਾਂ ਦੇਖ ਮਨ ਚਾਓ ਠੰਡਾ ਹੋ ਕਦ ਪਾਈ ਗੁਣ ਤਸ। ਮਨ ਵਿੱਚ ਚਾਓ ਪੈਦਾ ਹੋਵੇਗਾ ਸੰਗਤ ਕਰਨ ਦੇ ਨਾਲ। ਔਰ ਜਿਉਂ-ਜਿਉਂ ਆਪਾਂ ਪ੍ਰਮਾਤਮਾ ਦਾ ਨਾਮ ਜਪਾਂਗੇ, ਜਪਦਿਆਂ ਇੱਕ ਦਿਨ ਸਾਡੇ ਹਿਰਦੇ ਵਿੱਚ ਵਸ ਜਾਵੇਗਾ। ਤੇ ਹੁਣ ਸਾਨੂੰ ਔਖਾ ਲੱਗਦਾ, ਫਿਰ ਸਾਡਾ ਜੀਵਨ ਆਧਾਰ ਬਣ ਜਾਣਾ। ਆਖਾਂ ਜੀਵਾਂ ਵਿਸਰੈ ਮਰ ਜਾਓ। ਤਾਂ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰੇ ਸ਼ਬਦ ਵਿੱਚ ਸਾਨੂੰ ਇਹੀ ਪ੍ਰੇਰਨਾ ਦਿੱਤੀ ਹੈ ਕਿ ਉਸ ਪ੍ਰਮਾਤਮਾ ਦੇ ਨਾਮ ਦੀ ਆਰਾਧਨਾ ਕਰੋ, ਸੰਗਤ ਕਰੋ। ਸੰਗਤ ਕਾ ਗੁਣ ਬਹੁਤ ਅਧਿਕਾਈ ਪੜ ਸੂਆ ਗਨਕ ਉਧਾਰੇ। ਔਰ ਆਪਾਂ ਰੋਜ਼ ਪੜ੍ਹਦੇ ਹਾਂ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸਟ ਹਰਿਆ। ਔਰ ਸੰਗਤ ਦੀ ਬਹੁਤ ਮਹਾਨਤਾ ਹੈ। ਸੰਗਤ ਕਰਨੀ, ਪ੍ਰਮਾਤਮਾ ਦਾ ਨਾਮ ਜਪਣਾ। ਔਰ ਤੀਸਰਾ, ਜੋ ਆਪਾਂ ਗੁਰੂ ਦਾ ਉਪਦੇਸ਼ ਸੁਣਦੇ ਹਾਂ, ਜਿੱਥੇ ਆਪ ਕਰਨਾ ਉੱਥੇ ਦੂਜਿਆਂ ਨੂੰ ਪ੍ਰੇਰਨਾ ਦੇਣੀ ਹੈ। ਕਿਉਂਕਿ ਸੰਪੂਰਨਤਾ ਤਦ ਹੀ ਹੋਣੀ ਹੈ, ਇਹ ਤਾਂ ਆਪਣੇ ਵਾਸਤੇ ਕਰਨਾ ਹੈ। ਤੇ ਗੁਰੂ ਦਾ ਉਪਦੇਸ਼ ਜਿਹੜਾ ਦੂਜਿਆਂ ਨੂੰ ਪ੍ਰੇਰਨਾ ਦੇਣੀ ਹੈ। ਗੁਰੂ ਰਾਮਦਾਸ ਜੀ ਕਹਿੰਦੇ, ਮੈਂ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖੀ। ਪਹਿਲਾਂ ਜੋ ਆਪ ਜਪੈ, ਦੂਜਾ ਕਰਮ ਕੀ ਕਰਨਾ? ਸਭਨਾਂ ਨੂੰ ਕਰਦਾਨ। ਅਵਰਾ ਨਾਮ ਜਪਾਵੇ। ਦੂਸਰਾ, ਦੂਸਰਿਆਂ ਨੂੰ ਪ੍ਰੇਰਨਾ ਦੇ ਕੇ ਨਾਮ ਜਪਣ ਵਿੱਚ ਪ੍ਰੇਰਨਾ ਲਾਉਣਾ, ਉਹਨਾਂ ਨੂੰ ਗੁਰੂ ਵਾਲੇ ਬਣਾਉਣਾ, ਇਹ ਬਹੁਤ ਵੱਡਾ ਪੁੰਨ ਹੈ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਰਹਿਮਤ ਕਰਨ, ਅਸੀਂ ਵੀ ਹਰ ਕਾ ਨਾਮ ਧਿਆਏ ਸੁਣ। ਦੋ ਕੰਮ ਕਰੀਏ, ਤੀਜਾ ਕੰਮ ਕੀ ਹੈ? ਸਭਨਾਂ ਨੂੰ ਕਰਦਾਨ। ਜਦੋਂ ਆਪਾਂ ਇਹ ਕੰਮ ਕਰਾਂਗੇ, ਫਿਰ ਸਤਿਗੁਰੂ ਗੁਰੂ ਰਾਮਦਾਸ ਜੀ ਕਹਿੰਦੇ ਆ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖੀ। ਜੋ ਆਪ ਜਪੈ ਅਵਰਾ ਨਾਮ ਜਪਾਵੇ, ਫਿਰ ਸਾਡਾ ਲੋਕ ਵੀ ਸੁਖੀ ਪਰਲੋਕ ਵੀ ਸੁਹੇਲਾ। ਆਖਰੀ ਪੰਕਤੀਆਂ ਨੂੰ ਦੁਹਰਾ ਕੇ ਗੁਰੂ ਚਰਨਾਂ ਵਿੱਚੋਂ ਖਿਮਾ ਮੰਗੀਏ। ਦਾਸ ਦੀ ਸਿਹਤ ਬਰਸੀ ਤੋਂ ਬਾਅਦ ਕਾਫੀ ਢਿੱਲੀ ਸੀ। ਗੁਰੂ ਪਾਤਸ਼ਾਹ ਜੀ ਨੇ ਜਿਵੇਂ ਦਾ ਸੇਵਾ ਲਈ ਆ, ਆਪ ਜੀ ਦੇ ਚਰਨਾਂ ਵਿੱਚ ਬੈਠ ਕਰਕੇ ਗੁਰੂ ਉਪਦੇਸ਼ ਨੂੰ ਬਾਚਿਆ, ਇਤਿਹਾਸ ਨੂੰ ਬਾਚਿਆ। ਜੋ ਕੋਈ ਗੁਰੂ ਆਸ਼ੇ ਅਨੁਸਾਰ ਹੋਵੇ, ਉਸ ਨੂੰ ਆਪਣੇ ਹਿਰਦੇ ਵਿੱਚ ਥਾਂ ਦੇਣੀ। ਜੇ ਕੋਈ ਗੁਰੂ ਆਸ਼ੇ ਤੋਂ ਦਰੋਡੀ ਗੱਲ ਕਹੀ ਹੋਵੇ ਤੇ ਕਹੀ ਗਈ ਹੋਵੇ, ਉਹਨੂੰ ਦਾਸ ਦੀ ਦਿੰਦੀ ਜੀ ਭੁੱਲ ਜਾਣ ਕਰਕੇ ਅਰਦਾਸ ਕਰਨੀ, ਦਾਤਾ ਕਿਰਪਾ ਕਰੋ, ਬਖਸ਼ਿਸ਼ ਕਰੋ, ਦੇਹੋ ਸੱਜਣ ਅਸੀਂ ਸ੍ਰੀਆਂ ਜੋ ਹੋਵੇ ਸਹਿਬ ਸਿਉ ਮੇਲ। ਆਖਰੀ ਪੰਕਤੀਆਂ ਨੂੰ ਦੁਹਰਾ ਕੇ ਗੁਰੂ ਚਰਨਾਂ ਵਿੱਚੋਂ ਖਿਮਾ ਮੰਗੀਏ ਜੀ। ਜਿਨ੍ਹਾਂ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ। ਮਾਗ ਸੁਚੇ ਸੇ ਕਾਂਢੀਐ, ਜਿਨ ਪੂਰਾ ਗੁਰ ਮਿਹਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।